ਓਸ਼ੋ ਦਾ ਲੈਕਚਰ। ਦੋ ਤਰ੍ਹਾਂ ਦੇ ਦਰਿੱਦਰ ਹੁੰਦੇ ਹਨ, ਇੱਕ ਗਰੀਬ ਦਰਿੱਦਰ ਹੁੰਦੇ ਹਨ, ਇੱਕ ਅਮੀਰ ਦਰਿੱਦਰ, ਪਰ ਹੁੰਦੇ ਦਰਿੱਦਰ ਹੀ ਹਨ। ਅਜੇ ਤੱਕ ਮੈਂ ਅਮੀਰ ਆਦਮੀ ਨਹੀਂ ਦੇਖਿਆ, ਪੈਸੇ ਵਾਲੇ ਬਹੁਤ ਦੇਖੇ ਹੈ, ਅਮੀਰ ਨਹੀਂ। ਉਹ ਪਕੜਨ ਦੀ ਦੌੜ 'ਚ ਨਹੀਂ ਹਨ ਜਿੰਨਾ ਗਰੀਬ ਤੋਂ ਗਰੀਬ ਆਦਮੀ। ਜਿਵੇਂ ਮੰਗਤਾ ਆਪਣੇ ਹੱਥ ਵਿੱਚ ਜੋ ਉਹਨੂੰ ਮਿਲ ਗਿਆ ਉਹਨੂੰ ਫੜੀ ਰੱਖਦਾ ਹੈ, ਉਵੇਂ ਵੱਡੀ ਤੋਂ ਵੱਡੀ ਤਿਜੋਰੀ ਜਿਹਦੇ ਕੋਲ ਹੈ ਉਹਨੇ ਵੀ ਉਨੇ ਜ਼ੋਰ ਨਾਲ ਫੜ ਰੱਖੀ ਹੈ। ਇਸ ਲਈ ਮੈਂ ਨਹੀਂ ਕਹਿੰਦਾ ਕਿ ਤੁਸੀਂ ਧਨ ਛੱਡ ਦਿਓ, ਜੋ ਨਹੀਂ ਹੈ ਉਹਨੂੰ ਤੁਸੀਂ ਛੱਡੋਗੇ ਵੀ ਕਿਵੇਂ। ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਜੀਵਨ ਦੇ ਦਿਓ, ਉਹ ਵੀ ਤੁਹਾਡੇ ਕੋਲ ਨਹੀਂ ਹੈ। ਜਿਸ ਦਾ ਤੁਹਾਨੂੰ ਪਤਾ ਹੀ ਨਹੀਂ ਉਹ ਤੁਹਾਡੇ ਕੋਲ ਕਿਵੇਂ ਹੋ ਸਕਦਾ ਹੈ, ਤੇ ਤੁਸੀਂ ਕੰਬ ਰਹੇ ਹੋ ਪਰ ਪਲ ਮੌਤ ਦੇ ਭੈ ਨਾਲ। ਜੇ ਤੁਸੀਂ ਜੀਵਨ ਹੀ ਹੁੰਦੇ ਤਾਂ ਤੁਸੀਂ ਮੌਤ ਤੋਂ ਡਰਦੇ ਕਿਉਂ? ਜੀਵਨ ਦੀ ਕੋਈ ਮੌਤ ਨਹੀਂ ਹੁੰਦੀ। ਜੀਵਨ ਤਾਂ ਮੌਤ ਕਿਵੇਂ ਬਣ ਸਕਦਾ ਹੈ, ਪਰ ਤੁਸੀਂ ਕੰਬ ਰਹੇ ਹੋ ਮੌਤ ਤੋਂ। ਹਰ ਪਲ ਮੌਤ ਨੇ ਘੇਰਿਆ ਹੋਇਆ ਹੈ। ਹਰ ਤਰ੍ਹਾਂ ਨਾਲ ਤੁਸੀਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਮਿਟ ਨਾ ਜਾਵਾਂ, ਮਰ ਨਾ ਜਾਵਾਂ, ਮੁੱਕ ਨਾ ਜਾਵਾਂ। ਜੀਵਨ ਵੀ ਤੁਹਾਡੇ ਕੋਲ ਨਹੀਂ। ਇਸ ਲਈ ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਜੀਵਨ ਦਾਨ ਕਰ ਦਿਓ। ਜੋ ਹੈ ਹੀ ਨਹੀਂ, ਉਹਦਾ ਤੁਸੀਂ ਦਾਨ ਵੀ ਕਿਵੇਂ ਕਰੋਗੇ? ਮੈਂ ਤਾਂ ਤੁਹਾਤੋਂ ਮੰਗਾਂਗਾ ਜੋ ਤੁਹਾਡੇ ਕੋਲ ਹੈ, ਤੇ ਉਹ ਮੰਗਾਂਗਾ ਜੋ ਸਭ ਦੇ ਕੋਲ ਹੈ। ਜਿਵੇਂ ਮੈਂ ਕਿਹਾ ਹੈ ਕਿ ਸਭ ਦੀ ਖੋਜ ਆਨੰਦ ਦੀ ਹੈ, ਅਜਿਹੀ ਇੱਕ ਸੰਪਦਾ ਸਭ ਦੇ ਕੋਲ ਹੈ, ਉਹ ਹੈ ਦੁੱਖ। ਉਹ ਤੁਹਾਡੇ ਕੋਲ ਕਾਫੀ ਹੈ, ਉਹ ਤੁਹਾਡੇ ਕੋਲ ਲੋੜ ਤੋਂ ਵੱਧ ਹੈ। ਜਨਮਾਂ ਜਨਮਾਂ ਤੋਂ ਤੁਸੀਂ ਉਸ ਦੇ ਇਲਾਵਾ ਕੁਝ ਇਕੱਠਾ ਕੀਤਾ ਹੀ ਨਹੀਂ ਹੈ। ਤੁਹਾਡੇ ਕੋਲ ਭੰਡਾਰ ਲੱਗ ਗਏ ਹੈ। ਗੌਰੀ ਸ਼ੰਕਰ ਛੋਟਾ ਪੈ ਜਾਏ, ਤੁਸੀਂ ਜੋ ਦੁੱਖਾਂ ਦੇ ਢੇਰ ਲਾਏ ਹਨ ਉਸ ਨਾਲੋਂ ਵੱਡੇ ਹਨ, ਉਹ ਵੀ ਸ਼ਰਮਾ ਜਾਏ। ਹਿਲੇਰੀ ਤੇ ਤੇਨ ਸਿੰਘ ਤੁਹਾਡੇ ਦੁੱਖ ਦੇ ਢੇਰ ਉੱਤੇ ਚੜ੍ਹਨ 'ਚ ਕਾਮਯਾਬ ਨਹੀਂ ਹੋਣਗੇ, ਉਹ ਵੱਡੇ ਹਨ। ਉਹ ਜਨਮਾਂ ਜਨਮਾਂ ਦੀ ਤੁਹਾਡੀ ਮਿਹਨਤ ਹੈ। ਤੁਸੀਂ ਦੁੱਖ ਦੇ ਸਿਵਾਏ ਕਦੇ ਕੁਝ ਕਮਾਇਆ ਨਹੀਂ ਹੈ, ਤੁਸੀਂ ਅਜੇ ਵੀ ਕਮਾ ਰਹੇ ਹੋ। ਮੈਂ ਤੁਹਾਤੋਂ ਚਾਹਾਂਗਾ ਕਿ ਤੁਸੀਂ ਦੁੱਖ ਛੱਡ ਦਿਓ, ਤੁਸੀਂ ਦੁੱਖ ਦਾ ਤਿਆਗ ਕਰ ਦਿਓ। ਕੋਈ ਤੁਹਾਤੋਂ ਦੁੱਖ ਮੰਗਦਾ ਨਹੀਂ, ਮੈਂ ਤੁਹਾਤੋਂ ਦੁੱਖ ਮੰਗਦਾ ਹਾਂ। ਤੇ ਜੇ ਤੁਸੀਂ ਦੁੱਖ ਦੇ ਸਕੋ ਤਾਂ ਆਨੰਦ ਦੇ ਲਈ ਰਾਹ ਤਿਆਰ ਹੋ ਸਕੇ, ਤੇ ਜੇ ਤੁਸੀਂ ਦੁੱਖ ਛੱਡ ਸਕੋ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਜੋ ਤੁਸੀਂ ਸੋਚਦੇ ਸੀ ਕਿ ਤੁਸੀਂ ਦੁੱਖ 'ਚ ਜਿਉ ਰਹੇ ਹੋ ਤਾਂ ਉਹ ਤੁਹਾਡਾ ਭੁਲੇਖਾ ਸੀ। ਦੁੱਖ ਨੇ ਤੁਹਾਨੂੰ ਨਹੀਂ ਫੜਿਆ ਸੀ, ਤੁਸੀਂ ਹੀ ਦੁੱਖ ਨੂੰ ਫੜਿਆ ਸੀ। ਪਰ ਇੱਕ ਵਾਰ ਛੱਡੋ ਤਾਂ ਹੀ ਪਤਾ ਲੱਗੇਗਾ ਕਿ ਕਿਸ ਨੇ ਕਿਹਨੂੰ ਫੜਿਆ ਹੋਇਆ ਸੀ। ਤੁਸੀਂ ਸਦਾ ਇਹੀ ਪੁੱਛਦੇ ਰਹਿੰਦੇ ਹੋ ਕਿ ਦੁੱਖ ਤੋਂ ਕਿਵੇਂ ਛੁਟਕਾਰਾ ਚਾਹੀਦਾ ਹੈ। ਜੇ ਦੁੱਖ ਨੇ ਤੁਹਾਨੂੰ ਫੜਿਆ ਹੋਇਆ ਤਾਂ ਫਿਰ ਤੁਸੀਂ ਨਹੀਂ ਛੁੱਟ ਸਕੋਗੇ। ਫਿਰ ਪਕੜ ਹੀ ਤੁਹਾਡੇ ਹੱਥ ਵਿੱਚ ਨਹੀਂ ਹੈ, ਦੁੱਖ ਦੇ ਹੱਥ 'ਚ ਹੈ। ਫਿਰ ਤਾਂ ਤੁਸੀਂ ਬੇਬਸ ਹੋ, ਮਜਬੂਰ ਹੋ, ਤੇ ਜਨਮਾਂ ਜਨਮਾਂ ਤੋਂ ਨਹੀਂ ਛੁੱਟ ਸਕੇ ਹੋ ਤਾਂ ਹੁਣ ਕਿਵੇਂ ਛੁੱਟ ਪਾਓਗੇ? ਮੈਂ ਤੁਹਾਨੂੰ ਕਹਿਣਾ ਕਿ ਦੁੱਖ ਨੇ ਤੁਹਾਨੂੰ ਨਹੀਂ ਫੜਿਆ, ਤੁਸੀਂ ਦੁੱਖ ਨੂੰ ਫੜਿਆ। ਤੇ ਜੇ ਤੁਸੀਂ ਤਿਆਰ ਹੋ ਗਏ ਤਾਂ ਤੁਹਾਨੂੰ ਇਹ ਸਮਝ ਆ ਜਾਏਗਾ, ਨਾ ਸਿਰਫ ਸਮਝ ਵਿੱਚ ਬਲਕਿ ਛੱਡ ਕੇ ਤੁਸੀਂ ਮਹਿਸੂਸ ਕਰ ਲਓਗੇ ਕਿ ਇਹ ਛੁੱਟਦਾ ਹੈ, ਤੇ ਤੁਸੀਂ ਦੁੱਖ ਨੂੰ ਛੱਡਣ 'ਚ ਕੁਸ਼ਲ ਹੋ ਜਾਂਦੇ ਹੋ। ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਜੋ ਵੀ ਢੋ ਰਹੇ ਸੀ ਉਹਦੇ ਲਈ ਤੁਹਾਥੋਂ ਇਲਾਵਾ ਹੋਰ ਕੋਈ ਜ਼ਿੰਮੇਵਾਰ ਨਹੀਂ ਸੀ, ਤੇ ਤੁਸੀਂ ਜੋ ਵੀ ਭੋਗਿਆ ਹੈ ਕੋਈ ਹੋਰ ਕਸੂਰਵਾਰ ਨਹੀਂ ਹੈ। ਇਹ ਤੁਹਾਡੀ ਮਰਜ਼ੀ ਸੀ। ਤੁਸੀਂ ਦੁੱਖ ਚਾਹੁੰਦੇ ਸੀ। ਜੋ ਅਸੀਂ ਚਾਹੁੰਦੇ ਹਾਂ ਉਹੀ ਹੁੰਦਾ ਹੈ, ਤੇ ਜੋ ਵੀ ਤੁਸੀਂ ਹੋ ਤੁਸੀਂ ਆਪਣੀਆਂ ਚਾਹਤਾਂ ਦਾ ਸਿੱਟਾ ਹੋ। ਨਾ ਤਾਂ ਕੋਈ ਪਰਮਾਤਮਾ ਜ਼ਿੰਮੇਵਾਰ ਹੈ, ਨਾ ਕੋਈ ਨਸੀਬ ਜ਼ਿੰਮੇਵਾਰ ਹੈ। ਕਿਸੇ ਨੂੰ ਸਰੋਕਾਰ ਨਹੀਂ ਹੈ ਤੁਹਾਨੂੰ ਦੁਖੀ ਕਰਨ ਦੇ ਲਈ। ਸੱਚ ਤਾਂ ਇਹ ਹੈ ਕਿ ਪੂਰਾ ਵਜੂਦ ਤੁਹਾਨੂੰ ਆਨੰਦ ਕਰਨ ਦੇ ਲਈ ਤਤਪਰ ਹੈ। ਇਹ ਪੂਰਾ ਵਜੂਦ ਚਾਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਇੱਕ ਉਤਸਵ ਬਣ ਜਾਏ, ਕਿਉਂਕਿ ਜਦ ਤੁਸੀਂ ਦੁਖੀ ਹੁੰਦੇ ਹੋ ਤਾਂ ਤੁਸੀਂ ਚਾਰ ਚੁਫੇਰੇ ਆਪਣੇ ਦੁੱਖ ਨੂੰ ਸੁੱਟਦੇ ਵੀ ਹੋ,
ਤੇ ਜਦ ਤੁਸੀਂ ਦੁਖੀ ਹੁੰਦੇ ਹੋ ਤਾਂ ਤੁਹਾਡੇ ਜ਼ਖਮ ਦੀ ਦੁਰਗੰਧ ਸਾਰੇ ਵਜੂਦ ਵਿੱਚ ਪਹੁੰਚਦੀ ਹੈ। ਜਦ ਤੁਸੀਂ ਦੁਖੀ ਹੁੰਦੇ ਹੋ ਤਾਂ ਇਹ ਵਜੂਦ ਵੀ ਪੀੜ ਪਾਉਂਦਾ ਹੈ। ਇਹ ਸਾਡਾ ਜਗਤ ਤੁਹਾਡੇ ਨਾਲ ਦੁਖੀ ਹੁੰਦਾ ਹੈ ਤੇ ਤੁਹਾਡੇ ਆਨੰਦ ਦੇ ਨਾਲ ਆਨੰਦਿਤ ਹੁੰਦਾ ਹੈ। ਕੋਈ ਵਜੂਦ ਦੀ ਚਾਹ ਨਹੀਂ ਹੈ ਕਿ ਤੁਸੀਂ ਦੁਖੀ ਹੋਵੋ, ਕਿਉਂਕਿ ਇਹ ਤਾਂ ਵਜੂਦ ਦੇ ਲਈ ਹੀ ਆਤਮਘਾਤ ਹੈ। ਤੁਸੀਂ ਦੁਖੀ ਹੋ ਤੇ ਦੁਖੀ ਹੋਣ 'ਚ ਤੁਸੀਂ ਕੁਝ ਵਿਵਸਥਾ ਬਣਾ ਰੱਖੀ ਹੈ। ਤੁਸੀਂ ਉਸ ਵਿਵਸਥਾ ਨੂੰ ਜਦ ਤੱਕ ਤੋੜ ਨਾ ਦਿਓ ਤਦ ਤੱਕ ਤੁਸੀਂ ਕਦੇ ਵੀ ਆਨੰਦ ਵੱਲ ਅੱਖਾਂ ਨਾ ਖੋਲ ਪਾਓਗੇ। ਤੁਹਾਡੀ ਵਿਵਸਥਾ ਕੀ ਹੈ? ਮਨੁੱਖ ਦੀ ਵਿਵਸਥਾ ਕੀ ਹੈ? ਦੁੱਖ ਨੂੰ ਜਮ੍ਹਾਂ ਕਰਨ ਦੀ। ਉਹ ਕਿਵੇਂ ਕਰਦਾ ਹੈ? ਇਹ ਸਮਝ ਲਓ ਜ਼ਰਾ ਕੁ ਤਾਂ ਸ਼ਾਇਦ ਛੱਡਣ 'ਚ ਸੌਖ ਹੋਵੇ। ਤੁਸੀਂ ਹੋਣਾ ਚਾਹੁੰਦੇ ਜੇਕਰ ਇੱਕ ਛੋਟਾ ਬੱਚਾ ਹੈ, ਰੋਣਾ ਚਾਹੁੰਦਾ ਹੈ। ਮਨੋਵਿਗਿਆਨੀ ਕਹਿੰਦੇ ਆ ਕਿ ਬੱਚੇ ਦੇ ਰੋਣ ਦੀ ਪ੍ਰਕਿਰਿਆ ਰੇਚਨ ਦੀ ਪ੍ਰਕਿਰਿਆ। ਜਦ ਵੀ ਬੱਚਾ ਤਣਾਅ 'ਚ ਭਰ ਜਾਂਦਾ ਹੈ, ਉਹ ਰੋ ਕੇ ਆਪਣੇ ਤਣਾਅ ਨੂੰ ਵਹਾ ਦਿੰਦਾ ਹੈ। ਇੱਕ ਛੋਟਾ ਬੱਚਾ ਹੈ, ਤੁਸੀਂ ਵੀ ਛੋਟੇ ਬੱਚੇ ਸੀ, ਉਹਨੂੰ ਭੁੱਖ ਲੱਗੀ ਹੈ, ਵੇਲੇ ਸਿਰ ਉਹਨੂੰ ਦੁੱਧ ਨਹੀਂ ਮਿਲਿਆ ਤਾਂ ਰੋ ਰਿਹਾ ਹੈ ਕਿਉਂਕਿ ਉਹ ਤਣਾਅ ਨਾਲ ਭਰ ਗਿਆ ਹੈ। ਤੇ ਤਣਾਅ ਨੂੰ ਬਾਹਰ ਕੱਢਣਾ ਜ਼ਰੂਰੀ ਹੈ। ਉਹ ਰੋ ਲਏਗਾ, ਤਣਾਅ ਬਾਹਰ ਨਿਕਲ ਜਾਏਗਾ, ਉਹ ਹੌਲਾ ਹੋ ਜਾਏਗਾ। ਲੇਕਿਨ ਅਸੀਂ ਉਸ ਨੂੰ ਸਮਝਾਉਂਦੇ ਹਾਂ ਕਿ ਰੋਣਾ। ਅਸੀਂ ਹਰ ਤਰ੍ਹਾਂ ਦੇ ਉਪਾਅ ਕਰਦੇ ਹਾਂ ਕਿ ਉਹ ਰੋਵੇ ਨਾ। ਅਸੀਂ ਹੱਥ 'ਚ ਖਿਡੌਣਾ ਫੜਾ ਦਿੰਦੇ ਹਾਂ ਤਾਂ ਜੋ ਭੁੱਲ ਜਾਏ। ਅਸੀਂ ਮੂੰਹ 'ਚ ਕੋਈ ਝੂਠੀ ਚੀਜ਼ ਲਾ ਦਿੰਦੇ ਹਾਂ, ਉਹਦਾ ਅੰਗੂਠਾ ਉਹਦੇ ਮੂੰਹ 'ਚ ਦੇ ਦਿੰਦੇ ਹਾਂ ਤਾਂ ਜੋ ਸਮਝ ਲਵੇ ਕਿ ਮਾਂ ਦੀ ਦੁੱਧੀ ਮਿਲ ਗਈ ਤੇ ਭੁੱਲ ਜਾਏ। ਅਸੀਂ ਉਹਨੂੰ ਹਿਲਾਉਣ ਲੱਗਦੇ ਹਾਂ, ਡੁਲਾਉਣ ਲੱਗਦੇ ਹਾਂ ਤਾਂ ਜੋ ਉਹਦਾ ਧਿਆਨ ਹੋਰ ਪਾਸੇ ਹੋ ਜਾਏ ਅਤੇ ਉਹ ਰੋਵੇ ਨਾ। ਅਸੀਂ ਸਭ ਤਰ੍ਹਾਂ ਦੇ ਉਪਾਅ ਕਰਦੇ ਹਾਂ, ਅਸੀਂ ਉਹਨੂੰ ਰੋਣ ਨਹੀਂ ਦਿੰਦੇ। ਉਹ ਤਣਾਅ ਨਿਕਲ ਜਾਣਾ ਸੀ ਰੋਣ ਨਾਲ, ਉਹ ਇਕੱਠਾ ਹੋ ਜਾਏਗਾ, ਉਹ ਨਿਕਲੇਗਾ ਨਹੀਂ। ਇਸ ਤਰ੍ਹਾਂ ਅਸੀਂ ਇਕੱਠੇ ਹੋਣ ਦਿੰਦੇ ਹਾਂ ਤੇ ਹਰ ਵਿਅਕਤੀ ਪਤਾ ਨਹੀਂ ਕਿੰਨਾ ਰੋਣਾ, ਪਤਾ ਨਹੀਂ ਕਿੰਨੀ ਪੀੜ ਜਮ੍ਹਾਂ ਕਰ ਲੈਂਦਾ ਹੈ ਤੇ ਉਹਦੇ ਢੇਰ ਉੱਤੇ ਬੈਠ ਜਾਂਦਾ ਹੈ। ਤੁਸੀਂ ਪਤਾ ਨਹੀਂ ਕਿੰਨੇ ਤਣਾਅ ਇਕੱਠੇ ਕਰ ਲਏ ਨੇ। ਨਾ ਤਾਂ ਤੁਸੀਂ ਕਦੇ ਜੀ ਭਰ ਕੇ ਰੋਏ, ਨਾ ਕਦੇ ਤੁਸੀਂ ਜੀ ਭਰ ਕੇ ਖੁੱਲ੍ਹ ਕੇ ਹੱਸੇ, ਨਾ ਰੋਣ ਨਾਲ ਰੁਕ ਗਿਆ ਕੁਝ ਤੇ ਨਾ ਹੱਸਣ ਨਾਲ ਰੁਕਿਆ ਕੁਝ। ਨਾ ਤੁਸੀਂ ਕਦੇ ਦਿਲ ਭਰ ਕੇ ਕ੍ਰੋਧ ਕੀਤਾ, ਨਾ ਕਦੇ ਦਿਲ ਭਰ ਕੇ ਖਿਮਾ ਕੀਤੀ। ਤੁਸੀਂ ਬਿਲਕੁਲ ਅਧੂਰੇ ਹੀ ਰਹਿ ਗਏ ਹੋ। ਹਰ ਪਾਸੇ ਵੱਲ ਤੁਹਾਡੀਆਂ ਸ਼ਾਖਾਵਾਂ ਨਿਕਲਣਾ ਚਾਹੁੰਦੀਆਂ ਹਨ ਪਰ ਨਿਕਲ ਨਹੀਂ ਸਕੀਆਂ। ਸਭ ਪਾਸੇ ਪੱਤੇ ਨਿਕਲਣਾ ਚਾਹੁੰਦੇ ਸੀ ਪਰ ਨਹੀਂ ਫੁੱਟ ਸਕੇ। ਤੁਹਾਡਾ ਬਿਰਛ ਠੁੱਠ ਦਾ ਠੁੱਠ ਰਹਿ ਗਿਆ। ਇਸ ਜਮ੍ਹਾਂ ਸ਼ੁਦਾ ਪੀੜ, ਅਣਵਰਜਿਤ ਪੀੜ ਦਾ ਨਾਂ ਨਰਕ ਹੈ ਤੇ ਇਹ ਨਰਕ ਤੁਸੀਂ ਢੋ ਰਹੇ ਹੋ। ਤੁਸੀਂ ਇਹ ਸਮਝ ਲਓ ਕਿ ਦੁੱਖ ਜਦ ਅਚੇਤਨ ਵਿੱਚ ਦਬ ਜਾਂਦਾ ਹੈ, ਜਦ ਤੱਕ ਉਹਨੂੰ ਪ੍ਰਗਟ ਕੀਤਾ ਜਾਵੇ ਮੁੜ ਕੇ ਉਹ ਤੁਹਾਡੇ ਬਾਹਰ ਨਹੀਂ ਜਾਂਦਾ, ਅੰਦਰ ਦੱਬਿਆ ਰਹਿੰਦਾ ਹੈ। ਉਹਨੂੰ ਪ੍ਰਗਟ ਕਰੋ, ਉਹਨੂੰ ਚੇਤਨਾ ਵਿੱਚ ਲੈ ਆਓ। ਉਹ ਜੋ ਅੰਦਰ ਹਨੇਰੇ 'ਚ ਦੱਬਿਆ ਹੈ ਉਹਨੂੰ ਖਿੱਚ ਲਓ ਬਾਹਰ, ਰੌਸ਼ਨੀ 'ਚ ਲੈ ਆਓ। ਕੁਝ ਚੀਜ਼ਾਂ ਰੌਸ਼ਨੀ 'ਚ ਮਰ ਜਾਂਦੀਆਂ ਹਨ। ਬਿਰਛ ਦੀਆਂ ਜੜ੍ਹਾਂ ਨੂੰ ਤੁਸੀਂ ਜੇਕਰ ਖਿੱਚ ਕੇ ਰੌਸ਼ਨੀ 'ਚ ਲੈ ਆਓ, ਉਹ ਮਰ ਜਾਣਗੀਆਂ। ਉਹਨਾਂ ਨੂੰ ਹਨੇਰਾ ਚਾਹੀਦਾ ਹੈ, ਹਨੇਰੇ ਵਿੱਚ ਹੀ ਉਹ ਰਹਿੰਦੀਆਂ ਹਨ, ਹਨੇਰੇ ਵਿੱਚ ਉਹਨਾਂ ਦਾ ਜੀਵਨ ਹੈ। ਦੁੱਖ ਦਾ ਜੀਵਨ ਵੀ ਹਨੇਰੇ ਵਿੱਚ ਹੀ ਹੈ, ਜੜ੍ਹਾਂ ਵਾਂਗ। ਤੁਸੀਂ ਉਹਨੂੰ ਖਿੱਚ ਕੇ ਬਾਹਰ ਲੈ ਆਓ ਤੇ ਪਾਓਗੇ ਕਿ ਮੌਤ ਹੋ ਗਈ। ਤੁਸੀਂ ਉਹਨੂੰ ਅੰਦਰ ਦਬਾਉਂਦੇ ਜਾਓ, ਉਹ ਜਨਮਾਂ ਜਨਮਾਂ ਤੱਕ ਤੁਹਾਡਾ ਸਾਥੀ ਰਹੇਗਾ, ਸੰਗੀ ਰਹੇਗਾ। ਦੁੱਖ ਨੂੰ ਲਿਆਉਣਾ ਹੈ ਬਾਹਰ। ਇੱਕ ਹੋਰ ਗੱਲ ਤੁਸੀਂ ਸਮਝ ਲਓ, ਦੁੱਖ ਨੂੰ ਤੁਸੀਂ ਬਾਹਰ ਤੋਂ ਹੀ ਅੰਦਰ ਲੈ ਕੇ ਗਏ, ਉਹਨੂੰ ਕਿਰਪਾ ਕਰਕੇ ਬਾਹਰ ਤੋਂ ਹੀ ਵਾਪਸ ਮੋੜ ਦਿਓ। ਦੁੱਖ ਅੰਦਰ ਨਹੀਂ ਹੈ, ਦੁੱਖ ਸਭ ਬਾਹਰ ਤੋਂ ਹੀ ਅੰਦਰ ਲੈ ਜਾਇਆ ਜਾਂਦਾ ਹੈ। ਤੁਸੀਂ ਜਦ ਪੈਦਾ ਹੁੰਦੇ ਹੋ, ਤੁਹਾਡਾ ਜੋ ਨਿੱਜ ਸੁਭਾਅ ਹੈ ਉੱਥੇ ਕੋਈ ਦੁੱਖ ਨਹੀਂ ਹੈ। ਦੁੱਖ ਬਾਹਰ ਤੋਂ ਅੰਦਰ ਲਿਜਾਇਆ ਜਾਂਦਾ ਹੈ। ਇੱਕ ਆਦਮੀ ਹੈ, ਉਹਨੇ ਤੁਹਾਨੂੰ ਗਾਲ ਦੇ ਦਿੱਤੀ, ਤੁਸੀਂ ਦੁਖੀ ਹੋ ਗਏ। ਤੁਸੀਂ ਬਾਹਰ ਤੋਂ ਗਾਲ ਨੂੰ ਅੰਦਰ ਲੈ ਗਏ। ਹੁਣ ਇਸ ਦੁੱਖ ਨੂੰ ਤੁਸੀਂ ਅੰਦਰ ਸੰਭਾਲੋਗੇ, ਦਬਾ ਲਓਗੇ ਤਾਂ ਉਹ ਵਧੇਗਾ, ਫੈਲੇਗਾ, ਤੁਹਾਡੀ ਰਗ ਰਗ ਵਿੱਚ, ਰੋਮ ਰੋਮ 'ਚ ਜ਼ਹਿਰ ਬਣ ਜਾਏਗਾ। ਤੁਸੀਂ ਇੱਕ
ਦੁਖੀ ਸ਼ਖਸੀਅਤ ਹੋ ਜਾਓਗੇ। ਦੁੱਖ ਅਸੀਂ ਬਾਹਰ ਤੋਂ ਅੰਦਰ ਲਿਆਉਂਦੇ ਹਾਂ, ਇਹ ਸਾਡਾ ਸੁਭਾਅ ਨਹੀਂ ਹੈ। ਇਸ ਲਈ ਕਹਿੰਦਾ ਹਾਂ ਕਿ ਦੁੱਖ ਤੋਂ ਮੁਕਤ ਹੋਇਆ ਜਾ ਸਕਦਾ ਹੈ, ਕਿਉਂਕਿ ਸੁਭਾਅ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ, ਪਰ ਭਾਵ ਤੋਂ ਮੁਕਤ ਹੋਇਆ ਜਾ ਸਕਦਾ ਹੈ। ਜੋ ਆਪਣਾ ਨਹੀਂ ਹੈ ਉਸੇ ਤੋਂ ਅਸੀਂ ਮੁਕਤ ਹੋ ਸਕਦੇ ਹਾਂ, ਜੋ ਆਪਣਾ ਹੀ ਹੈ ਉਸ ਤੋਂ ਮੁਕਤ ਹੋਣ ਦਾ ਕੋਈ ਰਾਹ ਨਹੀਂ ਹੈ। ਦੁੱਖ ਨੂੰ ਬਾਹਰ ਕੁਲੰਝਣਾ ਹੈ। ਇਹਨਾਂ ਆਉਣ ਵਾਲੇ ਦਿਨਾਂ 'ਚ ਜਿੰਨਾ ਕੁਲੰਝ ਸਕੋ, ਜਿਵੇਂ ਜਿਵੇਂ ਕੁਲੰਝੋਗੇ ਉਨੀ ਸਮਝ ਵਧੇਗੀ ਕਿ ਅਜੀਬ ਪਾਗਲਪਨ ਸੀ, ਅਸੀਂ ਇਹਨੂੰ ਸੰਭਾਲਿਆ ਹੋਇਆ ਸੀ, ਇਹਨੂੰ ਤਾਂ ਸਹਿਜੇ ਹੀ ਸੁੱਟਿਆ ਜਾ ਸਕਦਾ ਸੀ, ਇਹ ਤਾਂ ਸਾਡੇ ਹੱਥ ਵਿੱਚ ਸੀ, ਪਰ ਅਸੀਂ ਨਾਹਕ ਹੱਥ ਨੂੰ ਰੋਕ ਰੱਖਿਆ ਹੈ। ਦੂਜੀ ਗੱਲ, ਜਿਵੇਂ ਜਿਵੇਂ ਦੁੱਖ ਕੁਲੰਝੋਗੇ, ਬਾਹਰ ਤੋਂ ਆਇਆ ਹੋਇਆ ਦੁੱਖ ਜਿਵੇਂ ਹੀ ਬਾਹਰ ਭੇਜ ਦਿੱਤਾ ਜਾਏਗਾ, ਤੁਹਾਡੇ ਅੰਦਰ ਆਨੰਦ ਦਾ ਫੁਰਨਾ ਸ਼ੁਰੂ ਹੋ ਜਾਏਗਾ। ਆਨੰਦ ਅੰਦਰ ਹੈ, ਉਸਨੂੰ ਕੋਈ ਬਾਹਰ ਤੋਂ ਨਹੀਂ ਲਿਆਉਂਦਾ, ਉਹ ਬਾਹਰੋਂ ਨਹੀਂ ਆਉਂਦਾ, ਉਹ ਤੁਹਾਡਾ ਸੁਭਾਅ ਹੈ, ਉਹ ਤੁਸੀਂ ਹੋ, ਉਹ ਤੁਹਾਡੇ ਅੰਦਰ ਛੁਪਿਆ ਹੈ, ਉਹ ਤੁਹਾਡੀ ਆਤਮਾ ਹੈ। ਜੇਕਰ ਇਹ ਬਾਹਰ ਤੋਂ ਇਕੱਠਾ ਕੀਤਾ ਹੋਇਆ ਕਚਰਾ ਬਾਹਰ ਸੁੱਟ ਦਿੱਤਾ ਜਾਏ ਤਾਂ ਅੰਦਰ ਦੀ ਆਤਮਾ ਫੈਲਣ ਲੱਗਦੀ ਹੈ, ਉਹਦਾ ਵਿਸਥਾਰ ਹੋਣ ਲੱਗਦਾ ਹੈ, ਉਹਦੀ ਰੌਸ਼ਨੀ ਤੁਹਾਨੂੰ ਦਿਸਣ ਲੱਗਦੀ ਹੈ, ਉਹਦਾ ਨਾਦ ਸੁਣਾਈ ਪੈਣ ਲੱਗਦਾ ਹੈ। ਤੁਸੀਂ ਇੱਕ ਅੰਦਰਲੇ ਸੰਗੀਤ ਵਿੱਚ ਡੁੱਬਣ ਲੱਗਦੇ ਹੋ। ਪਰ ਇਹ ਹੋਏਗਾ ਤਦ ਹੀ ਜਦ ਤੁਸੀਂ ਬਾਹਰ ਦਾ ਕਚਰਾ ਬਾਹਰ ਸੁੱਟ ਦਿਓਗੇ, ਤਾਂ ਜੋ ਅੰਦਰ ਇੱਕ ਆਕਾਸ਼ ਉਸਰ ਜਾਵੇ, ਥਾਂ ਬਣੇ, ਉਸ ਥਾਂ ਵਿੱਚ ਜੋ ਅੰਦਰ ਛੁਪਿਆ ਹੈ ਉਹ ਫੈਲ ਸਕੇ। ਦੁੱਖ ਨੂੰ ਬਾਹਰ ਸੁੱਟਣਾ ਹੈ ਤਾਂ ਜੋ ਆਨੰਦ ਅੰਦਰ ਤੋਂ ਫੈਲਣ ਲੱਗੇ। ਜਦ ਆਨੰਦ ਅੰਦਰ ਤੋਂ ਫੈਲਣ ਲੱਗੇ ਤਾਂ ਦੂਜੀ ਗੱਲ ਹੋਰ ਵੀ ਸਮਝ ਲੈਣੀ ਜ਼ਰੂਰੀ ਹੈ ਕਿ ਦੁੱਖ ਨੂੰ ਜੇਕਰ ਦਬਾਈਏ ਤਾਂ ਵੱਧਦਾ ਹੈ, ਦੁੱਖ ਨੂੰ ਜੇਕਰ ਪ੍ਰਗਟ ਕਰੀਏ ਤਾਂ ਘਟਦਾ ਹੈ। ਆਨੰਦ ਬਿਲਕੁਲ ਉਲਟਾ ਹੈ। ਆਨੰਦ ਨੂੰ ਜੇ ਦਬਾਈਏ ਤਾਂ ਘਟਦਾ ਹੈ, ਆਨੰਦ ਨੂੰ ਜੇ ਪ੍ਰਗਟ ਕਰੀਏ ਤਾਂ ਵੱਧਦਾ ਹੈ। ਇਸ ਲਈ ਪਹਿਲਾਂ ਤਾਂ ਦੁੱਖ ਨੂੰ ਸੁੱਟਣਾ ਹੈ, ਕਿਉਂਕਿ ਉਹ ਸੁੱਟਣ ਨਾਲ ਹੀ ਘਟਦਾ ਹੈ। ਉਹਨੂੰ ਦਬਾਉਣਾ ਨਾ, ਕਿਉਂਕਿ ਦਬਾਉਣ ਨਾਲ ਉਹ ਵੱਧਦਾ ਹੈ। ਤੇ ਜਦ ਆਨੰਦ ਦੀ ਝਲਕ ਅੰਦਰ ਤੋਂ ਆਉਣ ਲੱਗੇ ਤਾਂ ਆਨੰਦ ਨੂੰ ਸੁੱਟਣਾ ਹੈ, ਕਿਉਂਕਿ ਆਨੰਦ ਨੂੰ ਜਿੰਨਾ ਬਾਹਰ ਸੁੱਟੀਏ ਉਨਾ ਅੰਦਰ ਵੱਧਦਾ ਹੈ। ਉਨੀਆਂ ਤਾਜ਼ੀਆਂ ਪਰਤਾਂ ਟੁੱਟਣ ਲੱਗਦੀਆਂ ਹਨ। ਜਿਵੇਂ ਖੂਹ ਵਿੱਚੋਂ ਕੋਈ ਪਾਣੀ ਨੂੰ ਕਲੰਜੀ ਜਾਵੇ, ਕੱਢੀ ਜਾਵੇ ਤਾਂ ਨਵੇਂ ਸੋਮੇ ਖੂਹ ਨੂੰ ਭਰਦੇ ਚਲੇ ਜਾਂਦੇ ਹਨ। ਆਨੰਦ ਦਾ ਸੋਮਾ ਅੰਦਰ ਹੈ। ਇਸ ਲਈ ਡਰਨਾ ਨਾ ਕਿ ਆਨੰਦ ਕੁਲੰਜਣ ਨਾਲ ਘਟ ਜਾਏਗਾ। ਦੁੱਖ ਕੁਲੰਜਣ ਨਾਲ ਘਟਦਾ ਹੈ, ਕਿਉਂਕਿ ਅੰਦਰ ਉਹਦਾ ਸੋਮਾ ਨਹੀਂ ਹੈ। ਉਹ ਬਾਹਰ ਤੋਂ ਲਈ ਗਈ ਚੀਜ਼ ਸੀ ਜੋ ਕੁਲੰਜੋਗੇ ਤਾਂ ਘਟ ਹੋਏਗੀ। ਜੇਕਰ ਦੁੱਖ ਬਚਾਉਣਾ ਹੋਵੇ ਤਾਂ ਇੱਕ ਤਰਕੀਬ ਧਿਆਨ 'ਚ ਰੱਖ ਲੈਣਾ, ਕਦੇ ਕੁਲੰਜਣਾ ਨਾ। ਜੇ ਦੁੱਖ ਵਧਾਉਣਾ ਹੋਵੇ, ਇਹੀ ਮਿਥ ਲਿਆ ਹੋਵੇ ਤੇ ਲੱਗਦਾ ਹੈ ਕਿ ਬਹੁਤ ਲੋਕ ਇਹੀ ਤੈਅ ਕਰੀ ਬੈਠੇ ਹੈ, ਤਾਂ ਦੁੱਖ ਨੂੰ ਕਦੇ ਬਾਹਰ ਨਾ ਕੱਢਣਾ। ਹੰਝੂ ਆਉਂਦੇ ਹੋਣ ਪੀ ਜਾਣਾ, ਕ੍ਰੋਧ ਆਉਂਦਾ ਹੋਵੇ ਤਾਂ ਦਬਾ ਲੈਣਾ। ਕੁਝ ਵੀ ਅੰਦਰ ਤੋਂ ਪੈਦਾ ਹੁੰਦਾ ਹੋਵੇ, ਉਹ ਪੱਧਰ ਤਾਂ ਉਹਨੂੰ ਅੰਦਰ ਹੀ ਦਬਾ ਦੇਣਾ ਹੈ, ਉਹ ਵੱਧ ਜਾਏਗਾ। ਤੁਸੀਂ ਇੱਕ ਮਹਾ ਨਰਕ ਬਣ ਜਾਓਗੇ। ਦੁੱਖ ਨੂੰ ਘਟਾਉਣਾ ਹੋਵੇ ਤਾਂ ਕੁਲੰਝਣਾ ਹੈ, ਆਨੰਦ ਨੂੰ ਵਧਾਉਣਾ ਹੋਵੇ ਤਾਂ ਕੁਲੰਝਣਾ ਹੈ, ਕਿਉਂਕਿ ਆਨੰਦ ਅੰਦਰ ਹੈ। ਨਵੀਆਂ ਪਰਤਾਂ ਟੁੱਟਦੀਆਂ ਜਾਣਗੀਆਂ ਤੇ ਜਿਵੇਂ ਜਿਵੇਂ ਆਨੰਦ ਨੂੰ ਤੁਸੀਂ ਕੁਲੰਝੋਗੇ, ਵਧੇਰੇ ਸ਼ੁੱਧ ਤੋਂ ਸ਼ੁੱਧ ਆਨੰਦ ਦੀ ਝਲਕ ਮਿਲਣੀ ਸ਼ੁਰੂ ਹੋ ਜਾਏਗੀ। ਆਨੰਦ ਵੰਡਣ ਨਾਲ ਵੱਧਦਾ ਹੈ। ਇਸੇ ਲਈ ਤਾਂ ਨੱਸ ਜਾਂਦੇ ਹਨ ਬੁੱਧ ਤੇ ਮਹਾਵੀਰ ਜੰਗਲ ਵਿੱਚ ਜਦ ਦੁੱਖ ਵਿੱਚ ਹਨ, ਕਿਉਂਕਿ ਦੁੱਖ ਕੱਢਣਾ ਹੈ। ਚੰਗਾ ਹੈ ਇਕਾਂਤ ਵਿੱਚ ਕੱਢਣਾ ਤਾਂ ਜੋ ਕਿਸੇ ਨੂੰ ਛੋਏ ਵੀ ਨਾ, ਪਰ ਜਦ ਆਨੰਦ ਨਾਲ ਭਰਦੇ ਹਨ ਤਾਂ ਵਾਪਸ ਮੁੜ ਆਉਂਦੇ ਹਨ ਜਨ ਸਮੂਹ ਵਿੱਚ, ਕਿਉਂਕਿ ਹੁਣ ਵੰਡਣਾ ਹੈ। ਜਦ ਵੰਡਣਾ ਹੀ ਹੈ ਤਾਂ ਜਨ ਸਮੂਹ 'ਚ ਜਾ ਕੇ ਵੰਡਣਾ ਮੁਨਾਸਬ ਹੈ, ਤਾਂ ਜੋ ਕਿਸੇ ਨੂੰ ਲੱਗ ਜਾਏ, ਸ਼ਾਇਦ ਕੋਈ ਪਕੜ ਲਵੇ ਧੁਨ, ਸ਼ਾਇਦ ਕੋਈ ਨੱਚ ਉੱਠੇ, ਸ਼ਾਇਦ ਕਿਸੇ ਦੀ ਵੀਣਾ ਨੂੰ ਛੋਹ ਜਾਏ ਤੇ ਵੀਣਾ ਵੱਜਣ ਲੱਗੇ। ਧਿਆਨ ਰੱਖਣਾ, ਭਾਵੇਂ ਕ੍ਰਾਈਸਟ, ਭਾਵੇਂ ਮੁਹੰਮਦ, ਭਾਵੇਂ ਬੁੱਧ ਜਦ ਦੁੱਖ ਵਿੱਚ ਹਨ ਤਦ ਇਕਾਂਤ ਵਿੱਚ ਚਲੇ ਜਾਂਦੇ ਹਨ, ਕਿਉਂਕਿ ਕੱਢਣਾ ਹੈ ਦੁੱਖ। ਮੁਨਾਸਬ ਹੈ ਇਕੱਲੇ ਵਿੱਚ ਕੱਢ ਦੇਣ, ਕਿਸੇ ਨੂੰ ਪਤਾ ਵੀ ਨਾ ਲੱਗੇ, ਤੇ ਜਦ ਭਰ ਜਾਂਦੇ ਹਨ ਆਨੰਦ ਨਾਲ ਤਾਂ ਮੁੜ ਆਉਂਦੇ ਹਨ ਸਮੂਹ ਵਿੱਚ, ਭੀੜ ਵਿੱਚ, ਕਿਉਂਕਿ ਹੁਣ
ਕੱਢਣਾ ਹੈ ਆਨੰਦ, ਜਿੰਨਾ ਵੰਡ ਹੋ ਜਾਏ ਓਨਾ ਚੰਗਾ। ਦੁੱਖ ਕੱਢਣਾ ਹੈ ਜਦ ਆਨੰਦ ਦੀ ਝਲਕ ਆਉਣ ਲੱਗੇ, ਤਾਂ ਆਨੰਦ ਵੀ ਕੱਢਣਾ ਹੈ ਤੇ ਹੋ ਜਾਣਾ ਬਿਲਕੁਲ ਛੋਟੇ ਬੱਚਿਆਂ ਦੀ ਤਰ੍ਹਾਂ, ਜਿਨ੍ਹਾਂ ਨੂੰ ਨਾ ਚਿੰਤਾ ਹੈ ਅਤੀਤ ਦੀ, ਨਾ ਫਿਕਰ ਹੈ ਭਵਿੱਖ ਦੀ, ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਹੈ ਕਿ ਦੂਜੇ ਉਹਦੇ ਸੰਬੰਧ ਵਿੱਚ ਕੀ ਸੋਚਦੇ ਹਨ। ਤਾਂ ਹੀ ਜਿਸ ਘਟਨਾ ਦੇ ਲਈ ਮੈਂ ਤੁਹਾਨੂੰ ਪੁਕਾਰਿਆ ਹੈ ਉਹ ਵਾਪਰ ਸਕੇਗੀ। ਜਿਸ ਯਾਤਰਾ ਤੇ ਮੈਂ ਚਾਹੁੰਦਾ ਤੁਹਾਨੂੰ ਗਤੀਮਾਨ ਕਰ ਦਿਆਂ, ਉਹ ਯਾਤਰਾ ਗਤੀਮਾਨ ਹੋ ਪਏਗੀ। ਥੋੜ੍ਹੇ ਜਿਹੇ ਹੌਸਲੇ ਦੀ ਲੋੜ ਹੈ ਤੇ ਆਨੰਦ ਦੇ ਖਜ਼ਾਨੇ ਦੂਰ ਨਹੀਂ ਹਨ। ਥੋੜ੍ਹੇ ਜਿਹੇ ਹੌਸਲੇ ਦੀ ਲੋੜ ਹੈ ਤੇ ਨਰਕ ਨੂੰ ਤੁਸੀਂ ਉਵੇਂ ਉਤਾਰ ਕੇ ਰੱਖ ਸਕਦੇ ਹੋ ਜਿਵੇਂ ਕਿ ਆਦਮੀ ਰਾਹ ਦੇ ਮਿੱਟੀ ਘੱਟੇ ਨਾਲ ਭਰ ਗਿਆ ਹੋਵੇ ਤੇ ਆ ਕੇ ਇਸ਼ਨਾਨ ਕਰ ਲਏ, ਧੂੜ ਲੈ ਜਾਏ। ਬਸ ਇਵੇਂ ਧਿਆਨ ਦਾ ਇਸ਼ਨਾਨ ਹੈ। ਦੁੱਖ ਧੂੜ ਹੈ, ਜਦ ਧੂੜ ਝੜ ਜਾਂਦੀ ਹੈ, ਇਸ਼ਨਾਨ ਦੀ ਤਾਜ਼ਗੀ ਆਉਂਦੀ ਹੈ, ਤਾਂ ਅੰਦਰ ਤੋਂ ਜੋ ਸੁੱਖ ਹੈ, ਜੋ ਆਨੰਦ ਦੀ ਝਲਕ ਮਿਲਣ ਲੱਗਦੀ ਹੈ, ਉਹ ਤੁਹਾਡਾ ਸੁਭਾਅ ਹੈ। ਮੈਬਲ ਕਾਲਿੰਸ ਦਾ ਇਹ ਛੋਟਾ ਜਿਹਾ ਕਿਤਾਬਚਾ ਲਾਈਟ ਔਨ ਦਾ ਪਾਥ, ਰਾਹ ਰੁਸ਼ਨਾਉਣ ਵਾਲਾ ਹੈ। ਮਨੁੱਖ ਜਾਤੀ ਦੇ ਇਤਿਹਾਸ 'ਚ ਬਹੁਤ ਮੁੱਲਵਾਨ ਥੋੜ੍ਹੇ ਜਿਹੇ ਕਿਤਾਬਚਿਆਂ ਵਿੱਚੋਂ ਇੱਕ ਹੈ। ਮੈਬਲ ਕਾਲਿੰਸ ਇਸ ਕਿਤਾਬਚੇ ਦੀ ਲੇਖਕਾ ਨਹੀਂ ਹਨ, ਕਿਉਂਕਿ ਇਹ ਕਿਤਾਬਚਾ ਉਹਨਾਂ ਥੋੜ੍ਹੇ ਜਿਹੇ ਸ਼ਬਦਾਂ 'ਚੋਂ ਹੈ ਜੋ ਮਨੁੱਖ ਬਾਰ-ਬਾਰ ਖੋਜਦਾ ਹੈ ਤੇ ਬਾਰ-ਬਾਰ ਖੋ ਦਿੰਦਾ ਹੈ। ਸੱਚ ਨੂੰ ਬਚਾਉਣਾ ਔਖਾ ਹੈ। ਮੈਬਲ ਕਾਲਿੰਸ ਦਾ ਕਹਿਣਾ ਹੈ ਕਿ ਜੋ ਸ਼ਬਦ ਇਸ ਕਿਤਾਬਚੇ ਵਿੱਚ ਉਹਨੇ ਸੰਗ੍ਰਹਿ ਕੀਤੇ ਹਨ, ਉਹਨੇ ਨਹੀਂ ਲਿਖੇ, ਬਲਕਿ ਧਿਆਨ ਦੀ ਕਿਸੇ ਗਹਿਰਾਈ 'ਚ ਉਹਨੇ ਦੇਖੇ ਹਨ। ਸਾਰੇ ਦੁਖੀ ਹਨ, ਇਸ ਲਈ ਨਹੀਂ ਕਿ ਜ਼ਿੰਦਗੀ ਦਾ ਸੁਭਾਅ ਦੁੱਖ ਹੈ, ਬਲਕਿ ਇਸ ਲਈ ਕਿ ਸਾਨੂੰ ਸੁਖੀ ਹੋਣ ਦੀ ਕਲਾ ਨਹੀਂ ਆਉਂਦੀ। ਦੁਖੀ ਹੋਣ ਦੀ ਕਲਾ ਸਾਨੂੰ ਇੰਨੀ ਆਉਂਦੀ ਹੈ ਜਿਹਦਾ ਕੋਈ ਹਿਸਾਬ। ਅਸੀਂ ਦੁੱਖ ਦੀ ਭਾਲ ਵਿੱਚ ਹਾਂ। ਜਿਹੜਾ ਬੰਦਾ ਭਵਿੱਖ ਵਿੱਚ ਵਾਸਨਾ ਕਰੇਗਾ ਤੇ ਸਾਰੀਆਂ ਹੀ ਵਾਸਨਾਵਾਂ ਭਵਿੱਖ 'ਚ ਹੁੰਦੀਆਂ ਹਨ, ਉਹ ਦੁੱਖ 'ਚ ਪਏਗਾ, ਕਿਉਂਕਿ ਭਵਿੱਖ ਕਦੇ ਆਉਂਦਾ ਨਹੀਂ, ਸਿਰਫ ਆਉਂਦਾ ਹੋਇਆ ਭਾਸਦਾ ਹੈ। ਆਉਂਦਾ ਹੈ ਉਹ ਵਰਤਮਾਨ ਹੈ, ਜੋ ਨਹੀਂ ਆਉਂਦਾ ਉਹ ਭਵਿੱਖ ਹੈ। ਕੁਝ ਵੀ ਕਰੋ, ਜੋ ਵੀ ਮਿਲੇਗਾ ਉਹ ਵਰਤਮਾਨ ਹੋਏਗਾ। ਤੇ ਜੇ ਤੁਹਾਡੇ ਮਨ ਦੀ ਆਦਤ ਹੋ ਗਈ ਭਵਿੱਖ ਵਿੱਚ ਜੀਣ ਦੀ, ਤਾਂ ਤੁਸੀਂ ਅੱਜ ਵੀ ਭਵਿੱਖ 'ਚ ਜੀਓਗੇ, ਕੱਲ੍ਹ ਵੀ, ਪਰਸੋਂ ਵੀ। ਜੋ ਵੀ ਦਿਨ ਆਏਗਾ ਤੁਸੀਂ ਭਵਿੱਖ 'ਚ ਹਟ ਜਾਓਗੇ ਤੇ ਭਵਿੱਖ ਵਿੱਚ ਜੋ ਵੀ ਤੁਸੀਂ ਚਾਹੁੰਦੇ ਹੋ ਮਿਲੇਗਾ ਕਿਵੇਂ? ਜਦ ਭਵਿੱਖ ਹੀ ਨਹੀਂ ਆਉਂਦਾ ਤਾਂ ਭਵਿੱਖ 'ਚ ਚਾਹੀਆਂ ਗਈਆਂ ਚਾਹਤਾਂ ਪੂਰੀਆਂ ਕਦੋਂ ਹੋਣਗੀਆਂ? ਦੁੱਖ ਨਤੀਜਾ ਹੋਏਗਾ। ਇਸ ਲਈ ਵਾਸਨਾ ਦਾ ਸਿੱਟਾ ਦੁੱਖ ਹੈ। ਜ਼ਿੰਦਗੀ ਦੁੱਖ ਨਹੀਂ ਹੈ, ਵਾਸਨਾ ਦੁੱਖ ਹੈ। ਜਿੰਨੀਆਂ ਵੱਧ ਵਾਸਨਾਵਾਂ ਓਨਾ ਵੱਧ ਦੁੱਖ। ਜੇ ਤੁਸੀਂ ਬਹੁਤ ਦੁਖੀ ਹੋ ਤਾਂ ਇਹ ਨਾ ਸਮਝਣਾ ਕਿ ਪਰਮਾਤਮਾ ਤੁਹਾਡੇ ਤੇ ਨਾਰਾਜ਼ ਹੈ। ਜੇ ਤੁਸੀਂ ਬਹੁਤ ਦੁਖੀ ਹੋ ਤਾਂ ਸਿਰਫ ਇੰਨੀ ਖਬਰ ਦੇ ਰਹੇ ਹੋ ਕਿ ਬਹੁਤ ਵਾਸਨਾਵਾਂ ਹਨ ਤੇ ਉਹ ਵਾਸਨਾਵਾਂ ਤ੍ਰਿਪਤ ਰਹਿ ਜਾਂਦੀਆਂ ਹਨ, ਤਾਂ ਦੁੱਖ ਦੇ ਜ਼ਖਮ ਹਿਰਦੇ 'ਚ ਬਣ ਜਾਂਦੇ ਹਨ। ਜੇ ਦੁੱਖ ਵੱਧ ਹੋਵੇ ਤਾਂ ਦੁੱਖ ਤੋਂ ਬਚਣ ਦੀ ਕੋਸ਼ਿਸ਼ ਨਾ ਕਰਨਾ, ਵਾਸਨਾ ਨੂੰ ਛੱਡਣਾ, ਕਿਉਂਕਿ ਦੁੱਖ ਤਾਂ ਫਲ ਹੈ, ਵਾਸਨਾ ਬੀਜ ਹੈ। ਜਿਸ ਨੇ ਬੀਜ ਦਿੱਤਾ ਉਹਦਾ ਤੀਰ ਚੱਲ ਪਿਆ, ਤੇ ਤੀਰ ਰੋਕਿਆ ਜਾ ਸਕਦਾ ਹੈ ਜਦ ਤੱਕ ਉਹਨੇ ਚਿੱਲਾ ਨਾ ਛੱਡਿਆ ਹੋਵੇ। ਚਿੱਲਾ ਛੱਡਣ ਤੋਂ ਪਿੱਛੋਂ ਤੀਰ ਨੂੰ ਰੋਕਣ ਦਾ ਕੋਈ ਉਪਾਅ ਹੀ ਨਹੀਂ ਹੈ। ਜਿਸ ਨੇ ਵਾਸਨਾ ਕੀਤੀ ਉਹ ਦੁੱਖ ਪਾਏਗਾ। ਉਹਨੇ ਬੀਜ ਤਾਂ ਬੀਜ ਦਿੱਤਾ, ਉਹਨੇ ਫਸਲ ਤਾਂ ਬੀਜ ਦਿੱਤੀ, ਫਲ ਵੀ ਉਸੇ ਨੂੰ ਕੱਟਣੇ ਪੈਣਗੇ। ਜੋ ਦੁੱਖ ਤੁਸੀਂ ਪਾ ਰਹੇ ਹੋ ਉਹ ਅਤੀਤ ਵਿੱਚ ਬੀਜੀਆਂ ਵਾਸਨਾਵਾਂ ਦਾ ਸਿੱਟਾ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਭਵਿੱਖ ਵਿੱਚ ਦੁੱਖ ਨਾ ਹੋਵੇ ਤਾਂ ਅੱਜ ਵਰਤਮਾਨ ਵਿੱਚ ਵਾਸਨਾ ਦੇ ਬੀਜ ਨਾ ਬੀਜਣਾ, ਕਿਉਂਕਿ ਜਿਹੜੇ ਬੀਜ ਅੱਜ ਬੀਜੇ ਜਾ ਰਹੇ ਹਨ ਉਹੀ ਅੱਜ ਨਹੀਂ ਤਾਂ ਕੱਲ੍ਹ ਫਲ ਬਣ ਜਾਣਗੇ। ਇਹ ਵੀ ਸਮਝ ਲੈਣ ਯੋਗ ਹੈ ਕਿ ਜਿੰਨਾ ਸੁੱਖ ਚਾਹੋ ਓਨਾ ਦੁੱਖ ਮਿਲਦਾ ਹੈ। ਵੱਧ ਸੁੱਖ ਚਾਹੀਦਾ ਹੈ, ਵੱਧ ਸੁੱਖ ਮੰਗੋ। ਜੇ ਸੱਚਮੁੱਚ ਹੀ ਸੁੱਖ ਚਾਹੀਦਾ ਹੈ ਤੇ ਸੁੱਖ ਮੰਗਣਾ ਹੀ ਨਾ, ਫਿਰ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜੇ ਤੁਸੀਂ ਸੁੱਖ ਨਾ ਮੰਗਿਆ ਤਾਂ ਤੁਸੀਂ ਦੁੱਖ ਦੇ ਦਾਇਰੇ ਤੋਂ ਬਾਹਰ ਹੋ ਗਏ। ਤੁਸੀਂ ਸੁੱਖ ਮੰਗਿਆ ਕਿ ਤੁਸੀਂ ਦੁੱਖ ਦੇ ਜਗਤ 'ਚ ਪ੍ਰਵੇਸ਼ ਕਰ ਗਏ। ਤੁਸੀਂ ਜਿੰਨਾ ਮੰਗੋਗੇ ਸੁੱਖ, ਓਨਾ ਹੀ ਮਿਲੇਗਾ ਦੁੱਖ।
ਇਹ ਗਣਿਤ ਸਾਡੀ ਸਮਝ ਨਹੀਂ ਆਉਂਦਾ। ਇਹ ਪੈਰਾਡੌਕਸਿਕਲ ਵਿਰੋਧਭਾਸੀ ਨਿਯਮ ਸਮਝ ਨਹੀਂ ਆਉਂਦਾ। ਇਸੇ ਲਈ ਬੜੇ ਪਰੇਸ਼ਾਨ ਹੁੰਦੇ ਆ। ਮੰਗਦੇ ਆ ਸੁੱਖ, ਮਿਲਦਾ ਹੈ ਦੁੱਖ। ਅਸੀਂ ਸਾਰੇ ਯਤਨ ਕਰਦੇ ਹਾਂ ਸੁੱਖ ਨੂੰ ਪਾਉਣ ਦੇ, ਇਹ ਪਰ ਬੁਨਿਆਦੀ ਭੁੱਲ ਹੋ ਜਾਂਦੀ ਹੈ। ਸੁੱਖ ਦਾ ਸੰਬੰਧ ਯਤਨ ਨਾਲ ਨਹੀਂ ਹੈ। ਸੁੱਖ ਦਾ ਸੰਬੰਧ ਸੁੱਖ ਨਾ ਮੰਗਣ ਨਾਲ ਹੈ। ਲਾਓ ਤਸੇ ਕਹਿੰਦਾ ਹੈ ਕਿ ਮੇਰੇ ਜਿਹਾ ਸੁਖੀ ਕੋਈ ਵੀ ਨਹੀਂ, ਕਿਉਂਕਿ ਮੈਂ ਸੁੱਖ ਕਦੇ ਮੰਗਦਾ ਹੀ ਨਹੀਂ। ਬਿਨ ਮੰਗੇ ਮੋਤੀ ਮਿਲੇ। ਉਹ ਜਿਹੜਾ ਨਹੀਂ ਮੰਗਦਾ ਉਹਨੂੰ ਸਭ ਕੁਝ ਮਿਲ ਜਾਂਦਾ ਹੈ, ਤੇ ਉਹ ਜਿਹੜਾ ਮੰਗਦਾ ਹੈ ਉਹ ਸਭ ਕੁਝ ਖੋ ਦਿੰਦਾ ਹੈ। ਮੰਗਤੇ ਦੀ ਤਰ੍ਹਾਂ ਇਸ ਜਗਤ 'ਚ ਜਿਹੜਾ ਜੀਏਗਾ ਉਹ ਦੁਖੀ ਜੀਏਗਾ। ਸਮਰਾਟ ਦੀ ਤਰ੍ਹਾਂ ਇਸ ਜਗਤ 'ਚ ਜਿਹੜਾ ਜੀਏਗਾ ਉਹ ਸੁਖੀ ਜੀਏਗਾ। ਪਰ ਕਿਸ ਨੂੰ ਕਹਿੰਦਾ ਹਾਂ ਮੈਂ ਸਮਰਾਟ? ਸਮਰਾਟ ਮੈਂ ਉਹਨੂੰ ਕਹਿਣਾ ਜਿਹੜਾ ਸੁੱਖ ਮੰਗਦਾ ਨਹੀਂ, ਤੇ ਮੰਗਤਾ ਮੈਂ ਉਹਨੂੰ ਕਹਿਣਾ ਜਿਹੜਾ ਸੁੱਖ ਮੰਗਦਾ ਹੈ। ਸੋ ਜਿਨ੍ਹਾਂ ਨੂੰ ਅਸੀਂ ਸਮਰਾਟ ਕਹਿੰਦੇ ਹਾਂ, ਆਮ ਤੌਰ ਤੇ ਉਹ ਤਾਂ ਮੰਗਤੇ ਹਨ, ਉਹ ਭੀਖ ਮੰਗਦੇ ਹਨ। ਇਸ ਲਈ ਕਦੇ ਕਦੇ ਅਜਿਹਾ ਵੀ ਹੋ ਜਾਂਦਾ ਹੈ ਕਿ ਉੱਪਰੋਂ ਮੰਗਤਾ ਦਿਸਣ ਵਾਲਾ ਅੰਦਰੋਂ ਸਮਰਾਟ ਹੁੰਦਾ ਹੈ। ਬੁੱਧ ਨੂੰ ਅਸਾਂ ਦੇਖਿਆ ਭਿੱਖਿਆ ਦਾ ਪਾਤਰ ਚੁੱਕੀ ਸੜਕਾਂ ਤੇ ਭੀਖ ਮੰਗਦੇ ਹਨ, ਲੇਕਿਨ ਉਹ ਆਦਮੀ ਸਮਰਾਟ ਹੈ। ਉਹ ਕੁਝ ਵੀ ਨਹੀਂ ਮੰਗ ਰਿਹਾ, ਸੁੱਖ ਦੀ ਵਾਸਨਾ ਛੱਡ ਦਿੱਤੀ, ਤਦ ਬੰਦਾ ਸੁਖੀ ਹੋ ਜਾਂਦਾ ਹੈ। ਇਹਨੂੰ ਜ਼ਰਾ ਪ੍ਰਯੋਗ ਕਰਨਾ, ਸ਼ਾਂਤੀ ਦੀ ਕਾਮਨਾ ਨਾ ਕਰਨਾ, ਦੇਖਣਾ ਅਸ਼ਾਂਤੀ ਕਿਵੇਂ ਵਿਸਰਜਿਤ ਹੋ ਜਾਂਦੀ ਹੈ। ਸੰਤੋਸ਼ ਦੀ ਭੀਖ ਨਾ ਮੰਗਣਾ, ਦੇਖਣਾ ਕਿਹੋ ਜਿਹੇ ਸੰਤੋਸ਼ ਦੀ ਵਰਖਾ ਹੋਣ ਲੱਗਦੀ ਹੈ। ਇਸ ਨੂੰ ਕਰਕੇ ਦੇਖੋ ਤਾਂ ਹੀ ਸਮਝ ਆ ਸਕੇਗਾ। ਜ਼ਿੰਦਗੀ ਦਾ ਗਹਿਰੇ ਤੋਂ ਗਹਿਰਾ ਪ੍ਰਯੋਗ ਹੈ ਇਹ, ਤੇ ਜ਼ਿੰਦਗੀ ਦੇ ਸੰਬੰਧ ਵਿੱਚ ਜੋ ਵੀ ਖੋਜ ਕੀਤੀ ਜਾ ਸਕਦੀ ਹੈ ਉਹਨਾਂ 'ਚ ਵੱਡੀ ਤੋਂ ਵੱਡੀ ਖੋਜ ਹੈ ਸੁੱਖ ਨਾ ਮੰਗੋ ਜੇਕਰ ਸੁਖੀ ਹੋਣਾ ਚਾਹੁੰਦੇ ਹੋ, ਸ਼ਾਂਤੀ ਨਾ ਮੰਗੋ ਜੇਕਰ ਸ਼ਾਂਤੀ ਚਾਹੁੰਦੇ ਹੋ। ਜੋ ਮੰਗੋਗੇ ਉਹ ਖੋ ਜਾਏਗਾ, ਜੋ ਨਹੀਂ ਮੰਗੋਗੇ ਉਹ ਮਿਲ ਜਾਏਗਾ। ਮੰਗ ਕੇ ਤਾਂ ਬਹੁਤ ਦੇਖ ਵੀ ਲਿਆ, ਹੁਣ ਨਾ ਮੰਗ ਕੇ ਵੀ ਦੇਖ ਲਓ। ਮੇਰੇ ਉੱਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ, ਪ੍ਰਯੋਗ ਕਰਨ ਦੀ ਲੋੜ ਹੈ। ਮੇਰੇ ਕਹਿਣ ਨਾਲ ਕੀ ਹੋਏਗਾ? ਇਹ ਗੱਲ ਬੁੱਧੀ 'ਚ ਸਮਝ ਵੀ ਆ ਜਾਏ ਕਿ ਅਜਿਹਾ ਹੈ ਤਾਂ ਵੀ ਨਤੀਜੇ ਨਹੀਂ ਹੋਣੇ, ਉਹਨੂੰ ਕਰਨਾ ਹੀ ਪਏਗਾ। ਇਹ ਥੋੜੇ ਜਿਹੇ ਦਿਨ ਜੋ ਸਾਡੇ ਕੋਲ ਹਨ, ਇਹਨਾਂ 'ਚ ਨਿਰਣਾ ਕਰ ਲਓ। ਇੰਨੇ ਦਿਨਾਂ ਲਈ ਘੱਟ ਤੋਂ ਘੱਟ ਸੁੱਖ ਨਹੀਂ ਮੰਗੋਗੇ, ਕੋਈ ਸ਼ਾਂਤੀ ਨਹੀਂ ਮੰਗੋਗੇ, ਕੋਈ ਸੰਤੋਸ਼ ਨਹੀਂ ਮੰਗੋਗੇ। ਦੇਖੋ ਕਿ ਕੀ ਸਿੱਟਾ ਨਿਕਲਦਾ ਹੈ। ਇੱਕ ਵਾਰ ਸਮਝ ਆ ਜਾਏ ਕਿ ਸੁੱਖ ਮਿਲਦਾ ਹੈ ਨਾ ਮੰਗਣ ਨਾਲ, ਤਾਂ ਫਿਰ ਮੈਂ ਨਹੀਂ ਸੋਚਦਾ ਕਿ ਤੁਸੀਂ ਦੁਬਾਰਾ ਕਦੇ ਮੰਗਣ ਦੀ ਭੁੱਲ ਕਰੋਗੇ, ਕਿਉਂਕਿ ਦੁੱਖ ਤਾਂ ਕੋਈ ਵੀ ਨਹੀਂ ਚਾਹੁੰਦਾ। ਬਸ ਇੰਨਾ ਕੁ ਪਤਾ ਲੱਗ ਜਾਏ ਕਿ ਦੁੱਖ ਮੰਗਣ ਨਾਲ ਹੀ ਮਿਲਦਾ ਹੈ, ਤਾਂ ਮੰਗਣਾ ਛੱਡਿਆ ਜਾ ਸਕਦਾ ਹੈ। ਮੰਗਣ ਦੀ ਕੀ ਮਜਬੂਰੀ ਹੈ? ਮੰਗਣਾ ਕਿਸੇ ਨੂੰ ਚੰਗਾ ਵੀ ਕਿੱਥੇ ਲੱਗਦਾ ਹੈ, ਪਰ ਇਹ ਰਹੱਸ ਸੂਤਰ ਅਨੁਭਵ ਵਿੱਚ ਆ ਜਾਏ ਤਦ ਹੀ। ਪਰ ਜਿਹੜੇ ਉੱਚੀ ਆਸ ਵਾਲੇ ਆ ਉਹਨਾਂ ਵਾਂਗ ਹੀ ਮਿਹਨਤ ਵੀ ਕਰੋ। ਛੱਡੋ ਉੱਚੀ ਆਸ, ਜਿਹੜੇ ਉੱਚੀ ਆਸ ਵਾਲੇ ਆ ਉਹਨਾਂ ਵਾਂਗ ਹੀ ਮਿਹਨਤ ਕਰੋ। ਉੱਚੀ ਆਸ ਵਾਲਿਆਂ ਨੂੰ ਦੇਖਦੇ ਹੋ ਕਿੰਨਾ ਪਾਗਲ ਹੋ ਕੇ ਮਿਹਨਤ ਕਰਦੇ ਆ। ਕਿਸੇ ਨੇ MLA ਬਣਨਾ ਹੈ, ਕਿਸੇ ਨੇ MP ਬਣਨਾ ਹੈ, ਕਿਸੇ ਨੇ ਮਿਨਿਸਟਰ ਬਣਨਾ ਹੈ। ਕਿੰਨੇ ਪਾਗਲਾਂ ਵਾਂਗ ਮਿਹਨਤ ਕਰਦੇ ਆ। ਕਿਹੋ ਜਿਹੀ ਉਹਨਾਂ ਦੀ ਦੌੜ ਹੈ, ਨਾ ਸੌਂਦੇ ਆ ਨਾ ਆਰਾਮ ਕਰਦੇ ਆ, 24 ਘੰਟੇ ਇੱਕ ਹੀ ਸੋਚ। ਕਹੀ ਉਹਨਾਂ ਦੀ ਭਗਤੀ ਹੈ, ਕਿਹਾ ਉਹਨਾਂ ਦਾ ਭਾਵ ਹੈ। ਇਹ ਸੂਤਰ ਕਹਿੰਦਾ ਹੈ ਕਿ ਉੱਚੀ ਆਸ ਤਾਂ ਛੱਡ ਦਿਓ, ਪਰ ਉੱਚੀ ਆਸ ਵਾਲਾ ਜਿਹੋ ਜਿਹੀ ਮਿਹਨਤ ਕਰਦਾ ਹੈ ਉਹੋ ਜਿਹੀ ਮਿਹਨਤ ਕਰੋ। ਉਹ ਜਿਵੇਂ ਪਾਗਲ ਦੀ ਤਰ੍ਹਾਂ ਦੌੜਦਾ ਹੈ ਧਨ ਦੀ ਖਾਤਰ, ਅਹੁਦੇ ਦੀ ਖਾਤਰ, ਯਸ਼ ਦੀ ਖਾਤਰ, ਉਹਦੇ ਪਾਗਲਪਨ 'ਚ ਬੜੀ ਖੂਬੀ ਹੈ। ਉਹਦਾ ਪਾਗਲਪਨ ਸਿੱਖਣ ਯੋਗ ਹੈ। ਕਦੇ ਦੇਖਿਆ ਇੱਕ ਆਦਮੀ ਜਦ ਧਨ ਦੀ ਖਾਤਰ ਖੋਜ ਕਰਦਾ ਹੈ ਤਾਂ ਉਹਦੀ ਧਿਆਨਪੂਰਤ ਹਾਲਤ ਵੇਖੀ ਹੈ? ਜਦ ਤੁਸੀਂ ਧਿਆਨ ਦੇ ਲਈ ਬੈਠਦੇ ਹੋ ਤਦ ਤੁਸੀਂ ਇਉਂ ਬੈਠੇ ਹੁੰਦੇ ਹੋ ਕਿ ਠੀਕ ਹੈ ਹੋ ਜਾਏ ਤਾਂ ਹੋ ਜਾਏ, ਪਰ ਜਦ ਧਨ ਦੀ ਖਾਤਰ ਦੌੜਦੇ ਹੋ ਤਾਂ ਤੁਸੀਂ ਅਜਿਹਾ ਨਹੀਂ ਕਹਿੰਦੇ ਕਿ ਹੋ ਜਾਏ ਤਾਂ ਹੋ ਜਾਏ, ਤਾਂ ਤੁਸੀਂ ਜ਼ਿੰਦਗੀ ਲਾ ਦਿੰਦੇ ਹੋ, ਤੁਸੀਂ ਸਭ ਕੁਝ ਲਾ ਦਿੰਦੇ ਹੋ ਜੋ ਤੁਹਾਡੇ ਕੋਲ ਹੈ। ਮਿੱਟੀ ਦੀ ਖੋਜ ਵਿੱਚ ਬੰਦਾ ਸਭ ਕੁਝ ਲਾ ਦਿੰਦਾ ਹੈ, ਅੰਮ੍ਰਿਤ ਦੀ ਖੋਜ ਵਿੱਚ ਕੁਝ ਵੀ ਲਾਉਣਾ ਨਹੀਂ ਚਾਹੁੰਦਾ। ਉਸ ਕੋਲੋਂ ਵੀ ਸਿੱਖੋ, ਉਹ ਜਿਹੜਾ ਪਾਗਲ ਹੈ ਧਨ ਦੀ ਖਾਤਰ। ਧਨ ਦਾ ਪਾਗਲਪਨ ਤਾਂ ਛੱਡ ਦਿਓ, ਪਰ ਪਾਗਲਪਨ ਬਚਾ ਲਓ।
ਉਹ ਪਾਗਲਪਨ ਕੰਮ ਆਏਗਾ। ਵਿਅਰਥ ਦੇ ਲੋਕ, ਬਹੁਤ ਲੋਕ ਦੀਵਾਨੇ ਹੁੰਦੇ ਆ। ਸਾਰਥਕ ਦੇ ਲਈ ਲੋਕ ਦੀਵਾਨੇ ਨਹੀਂ ਹੁੰਦੇ, ਸਾਰਥਕ ਵਿੱਚ ਬੜੀ ਬੁੱਧੀਮਾਨੀ ਦਿਖਾਉਂਦੇ ਆ। ਛੱਡ ਦਿਓ ਜੀਵਨ ਦੀ ਤ੍ਰਿਸ਼ਨਾ, ਪਰ ਜਿਹੜੇ ਜੀਵਨ ਦੀ ਖਾਤਰ ਦੀਵਾਨੇ ਹਨ, ਜਿਹੜੇ ਜਿਉਣਾ ਚਾਹੁੰਦੇ ਹਨ ਕਿਸੇ ਵੀ ਕੀਮਤ ਤੇ, ਤਾਂ ਉਹ ਜੋ ਉਹਨਾਂ ਦੀ ਗੁਣਵੰਤਾ ਹੈ ਉਹਨੂੰ ਨਾ ਛੱਡ ਦੇਣ। ਆਪਣੇ ਜੀਵਨ ਦੀ ਤ੍ਰਿਸ਼ਨਾ ਛੱਡ ਦਿਓ, ਇਹ ਪਰ ਪ੍ਰਾਣੀ ਮਾਤਰ ਦੇ ਜੀਵਨ ਦਾ ਸਨਮਾਨ ਕਰੋ। ਜਿਹੜੇ ਸੁੱਖ ਦੀ ਖਾਤਰ ਜ਼ਿੰਦਗੀ ਬਸਰ ਕਰਦੇ ਹਨ ਉਹਨਾਂ ਦੀ ਤਰ੍ਹਾਂ ਹੀ ਸੁਖੀ ਰਹੋ, ਪਰ ਸੁੱਖ ਦੀ ਵਾਸਨਾ ਨਾ ਕਰੋ, ਸੁੱਖ ਨੂੰ ਮੰਗੋ ਨਾ, ਸੁੱਖ 'ਚ ਜੀਓ। ਇਹ ਜ਼ਰਾ ਸਮਝ ਲੈਣ ਯੋਗ ਹੈ। ਲੋਕ ਪੁੱਛਦੇ ਆ ਸੁੱਖ 'ਚ ਕਿਵੇਂ ਜੀਵੀਏ। ਉਹਨਾਂ ਨੂੰ ਮੈਂ ਕਹਿਣਾ ਕਿ ਤੁਸੀਂ ਸੁੱਖ 'ਚ ਇਸੇ ਛਿਨ ਜੀਵੋ। ਕਿਵੇਂ ਨਾ ਪੁੱਛੋ। ਸਾਹ ਲਓ ਸੁੱਖ ਨਾਲ, ਹੱਥ ਚੁੱਕੋ ਸੁੱਖ ਨਾਲ, ਤੁਰੋ ਸੁੱਖ ਨਾਲ, ਬੈਠੋ ਸੁੱਖ ਨਾਲ। ਤੁਸੀਂ ਜੋ ਵੀ ਕਰੋ ਉਹਨੂੰ ਇੰਨੇ ਸੁਖੀ ਮਨ ਨਾਲ ਕਰੋ ਕਿ ਤੁਹਾਡੀ ਹਰੇਕ ਕਿਰਿਆ ਸੁੱਖ ਦਾ ਝਰਨਾ ਹੋ ਜਾਏ। ਸੁੱਖ ਦੀ ਖਾਤਰ ਰੁਕੋ ਨਾ, ਤੇ ਇਹ ਵੀ ਨਾ ਪੁੱਛੋ ਕਿ ਕਿਵੇਂ। ਤੁਸੀਂ ਜੋ ਵੀ ਕਰ ਰਹੇ ਹੋ, ਨਿਗੂਣੇ ਤੋਂ ਨਿਗੂਣਾ ਕੰਮ ਵੀ ਬੌਕਰ ਲਾ ਰਹੇ ਹੋ ਘਰ ਦੇ ਬਾਹਰ, ਉਹਨੂੰ ਵੀ ਸੁੱਖ ਨਾਲ ਲਾਓ, ਉਸ ਵਿੱਚ ਵੀ ਆਨੰਦ ਲਓ। ਜੋ ਵੀ ਤੁਹਾਨੂੰ ਕਰਨਾ ਪੈ ਰਿਹਾ ਹੈ, ਜਿੱਥੇ ਵੀ ਤੁਸੀਂ ਖੜੇ ਹੋ, ਉਹਨੂੰ ਦੁੱਖ ਨਾਲ ਨਾ ਕਰੋ। ਨਹੀਂ ਤਾਂ ਜੇਕਰ ਮੋਕਸ਼ ਵਿੱਚ ਵੀ ਪ੍ਰਵੇਸ਼ ਕਰ ਜਾਓ ਤਾਂ ਵੀ ਤੁਸੀਂ ਦੁੱਖ ਦੇ ਨਾਲ ਹੀ ਪ੍ਰਵੇਸ਼ ਕਰੋਗੇ, ਤੁਸੀਂ ਉੱਥੇ ਵੀ ਦੁੱਖ ਲੱਭ ਲਓਗੇ। ਤੁਹਾਡੀ ਦੁੱਖ ਲੱਭਣ ਦੀ ਦ੍ਰਿਸ਼ਟੀ ਤੁਹਾਡੇ ਨਾਲ ਹੋਏਗੀ, ਤੁਸੀਂ ਉੱਥੇ ਵੀ ਹਨੇਰਾ ਕਰ ਛੱਡੋਗੇ। ਪਰਮਾਤਮਾ ਵੀ ਮੌਜੂਦ ਹੋਵੇ ਤਾਂ ਵੀ ਤੁਸੀਂ ਕੁਛ ਨਾ ਕੁਛ ਭੁੱਲ ਚੁੱਕ ਕੱਢ ਹੀ ਲਓਗੇ ਤਾਂ ਜੋ ਤੁਸੀਂ ਦੁਖੀ ਰਹਿ ਸਕੋ। ਜੋ ਵੀ ਕਰ ਰਹੇ ਹੋ ਉਹਨੂੰ ਸੁੱਖ ਨਾਲ ਕਰੋ, ਸੁੱਖ ਨੂੰ ਮੰਗੋ ਨਾ। ਸੁੱਖ ਵਿੱਚ ਜੀਣਾ, ਸੁੱਖ ਮੰਗਣਾ ਨਹੀਂ। ਜੋ ਵੀ ਹੋਵੇ ਉਸ ਵਿੱਚ ਖੋਜ ਕਰਨਾ ਕਿ ਸੁੱਖ ਕਿੱਥੇ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ। ਤਦ ਇੱਕ ਰੁੱਖੀ ਸੁੱਖੀ ਰੋਟੀ ਵੀ ਸੁੱਖ ਦੇ ਸਕਦੀ ਹੈ। ਜੇ ਤੁਹਾਨੂੰ ਸੁੱਖ ਲੈਣ ਦਾ ਪਤਾ ਹੈ ਤਦ ਇੱਕ ਸਧਾਰਨ ਬਿਰਛ ਦੀ ਛਾਂ ਵੀ ਮਹਿਲਾਂ ਨੂੰ ਮਾਤ ਪਾ ਸਕਦੀ ਹੈ। ਜੇ ਤੁਹਾਨੂੰ ਸੁੱਖ ਲੈਣ ਦਾ ਪਤਾ ਹੈ ਤਦ ਪੰਛੀਆਂ ਦੇ ਪ੍ਰਭਾਤੀ ਗੀਤ, ਜਾਂ ਸਵੇਰੇ ਸੂਰਜ ਦਾ ਉੱਗਣਾ, ਜਾਂ ਰਾਤੀ ਅੰਬਰ ਵਿੱਚ ਤਾਰਿਆਂ ਦਾ ਫੈਲ ਜਾਣਾ, ਜਾਂ ਹਵਾ ਦਾ ਇੱਕ ਬੁੱਲਾ ਵੀ ਗਹਿਰੇ ਸੁੱਖ ਦੀ ਵਰਖਾ ਕਰ ਸਕਦਾ ਹੈ, ਜੇ ਤੁਹਾਨੂੰ ਸੁੱਖ ਲੈਣ ਦਾ ਪਤਾ ਹੈ। ਸੁੱਖ ਮੰਗਣਾ ਨਾ, ਸੁੱਖ ਵਿੱਚ ਜੀਣਾ। ਮੰਗਿਆ ਕਿ ਤੁਸੀਂ ਦੁੱਖ 'ਚ ਜੀਣਾ ਸ਼ੁਰੂ ਕਰ ਦਿਓਗੇ। ਆਪਣੀ ਚਾਰ ਚੁਫੇਰੇ ਭਾਲ ਕਰਨਾ ਕਿ ਸੁੱਖ ਕਿੱਥੇ ਹੈ। ਸੁੱਖ ਹੈ ਤੇ ਕਿੰਨਾ ਮੈਂ ਪੀ ਸਕਾਂ ਕਿ ਇੱਕ ਛਿਨ ਵੀ ਵਿਅਰਥ ਨਾ ਚਲਿਆ ਜਾਏ, ਇੱਕ ਨਿਮਕ ਮਾਤਰ ਵੀ ਸਖਣਾ ਨਾ ਚਲਿਆ ਜਾਵੇ। ਨਿਚੋੜ ਲਵਾਂ, ਜਿੱਥੋਂ ਵੀ ਸੁੱਖ ਮਿਲ ਸਕੇ ਉਹਨੂੰ ਨਿਚੋੜ ਲਵਾਂ। ਸੋ ਜਦ ਤੁਸੀਂ ਪਾਣੀ ਪੀਓ, ਜਦ ਤੁਸੀਂ ਖਾਣਾ ਖਾਓ, ਜਦ ਤੁਸੀਂ ਰਾਹ ਤੇ ਤੁਰੋ, ਜਾਂ ਬੈਠ ਕੇ ਬਿਰਛ ਦੇ ਹੇਠਾਂ ਸਿਰਫ ਸਾਹ ਲਓ, ਤਦ ਵੀ ਸੁੱਖ 'ਚ ਜੀਣਾ। ਸੁੱਖ ਨੂੰ ਜੀਣ ਦੀ ਕਲਾ ਬਣਾਉਣਾ, ਵਾਸਨਾ ਦੀ ਮੰਗ ਨਹੀਂ। ਇੰਨਾ ਸੁੱਖ ਹੈ ਕਿ ਤੁਸੀਂ ਸਮੇਟ ਵੀ ਨਾ ਸਕੋਗੇ। ਇੰਨਾ ਸੁੱਖ ਹੈ ਕਿ ਤੁਹਾਡੀਆਂ ਸਭ ਝੋਲੀਆਂ ਛੋਟੀਆਂ ਪੈ ਜਾਣਗੀਆਂ। ਇੰਨਾ ਸੁੱਖ ਹੈ ਕਿ ਤੁਹਾਡੇ ਹਿਰਦੇ ਦੇ ਬਾਹਰ ਹੜ੍ਹ ਆ ਜਾਏਗਾ, ਤੇ ਨਾ ਸਿਰਫ ਤੁਸੀਂ ਸੁਖੀ ਹੋ ਜਾਓਗੇ, ਬਲਕਿ ਤੁਹਾਡੇ ਕੋਲ ਜਿਹੜਾ ਵੀ ਬੈਠੇਗਾ ਉਹ ਵੀ ਤੁਹਾਡੇ ਸੁੱਖ ਦੀ ਛਾਂ ਨਾਲ, ਤੁਹਾਡੇ ਸੁੱਖ ਦੇ ਨਾਚ ਨਾਲ ਅੰਦੋਲਤ ਹੋ ਉੱਠੇਗਾ। ਤੁਸੀਂ ਜਿੱਥੇ ਜਾਓਗੇ ਤੁਹਾਡੇ ਚਾਰ ਚੁਫੇਰੇ ਸੁੱਖ ਦਾ ਇੱਕ ਮਾਹੌਲ ਚੱਲਣ ਲੱਗੇਗਾ। ਤੁਸੀਂ ਜਿਸ ਨੂੰ ਛੋਹੋਗੇ ਉੱਥੇ ਸੁੱਖ ਦੀ ਛੋਹ ਲੱਗ ਜਾਏਗੀ। ਤੁਸੀਂ ਜਿਸ ਵੱਲ ਵੇਖੋਗੇ ਉੱਥੇ ਸੁੱਖ ਦੇ ਫੁੱਲ ਖਿੜਨ ਲੱਗਣਗੇ। ਤੁਹਾਡੇ ਅੰਦਰ ਇੰਨਾ ਸੁੱਖ ਹੋਏਗਾ ਕਿ ਤੁਸੀਂ ਉਹਨੂੰ ਵੰਡ ਵੀ ਸਕੋਗੇ। ਉਹ ਵੰਡਿਆ ਹੀ ਜਾਣ ਲੱਗੇਗਾ। ਸੁੱਖ ਆਪਣੇ ਆਪ ਵੰਡਿਆ ਜਾਣ ਲੱਗਦਾ ਹੈ। ਉਹ ਤੁਹਾਡੇ ਚਾਰ ਚੁਫੇਰੇ ਫੈਲਣ ਲੱਗਦਾ ਹੈ। ਸੁੱਖ ਦੀਆਂ ਤਰੰਗਾਂ ਤੁਹਾਡੇ 'ਚੋਂ ਉੱਠਣ ਲੱਗਣਗੀਆਂ। ਸੁੱਖ ਦੇ ਗੀਤ ਤੁਹਾਡੇ 'ਚੋਂ ਝੜਨ ਲੱਗਣਗੇ। ਇਹ ਪਰ ਸੁੱਖ ਮੰਗ ਨਹੀਂ ਹੈ, ਸੁੱਖ ਜੀਵਨ ਦਾ ਇੱਕ ਢੰਗ ਹੈ। ਇਸ ਗੱਲ ਦੇ ਫਰਕ ਨੂੰ ਠੀਕ ਤਰ੍ਹਾਂ ਸਮਝ ਲੈਣਾ। ਸੁੱਖ ਕੋਈ ਇੱਛਾ ਨਹੀਂ ਹੈ, ਸੁੱਖ ਜਿਉਣ ਦੀ ਇੱਕ ਕਲਾ ਹੈ। ਮੰਗਿਆ ਕਿ ਖੁੰਝ ਜਾਓਗੇ। ਸਿੱਖੋ ਕਲਾ ਨੂੰ।
ਇਸੇ ਛਿਣ ਤੋਂ ਸ਼ੁਰੂ ਕਰ ਦੇਣਾ। ਇਸੇ ਛਿਣ ਦੀ ਕਮੀ ਹੈ। ਪੰਛੀ ਗੀਤ ਗਾ ਰਹੇ ਹਨ, ਸੂਰਜ ਦੀਆਂ ਕਿਰਨਾਂ ਤੁਹਾਡੇ ਤੇ ਬਰਸ ਰਹੀਆਂ ਹਨ। ਚਾਰ ਚੁਫੇਰੇ ਜ਼ਿੰਦਗੀ ਖਿੜੀ ਪਈ ਹੈ, ਤੁਸੀਂ ਜਿਉਂਦੇ ਹੋ ਇਸੇ ਛਿਣ। ਸੁੱਖ ਦੀ ਕਿੱਥੇ ਕਮੀ ਹੈ? ਇਸੇ ਛਿਣ ਸੁੱਖ ਨਾਲ ਭਰਿਆ ਪੂਰਿਆ ਹੈ ਸਭ ਕੁਝ। ਇਹ ਪਰ ਵਾਸਨਾ ਕਰੋ ਤਾਂ ਤੁਸੀਂ ਦੁਖੀ ਹੋ ਜਾਓਗੇ। ਇਸੇ ਛਿਣ ਨਾ ਕਰੋ ਵਾਸਨਾ, ਖਾਲੀ ਮੌਨ, ਫਿਰ ਕੌਣ ਤੁਹਾਡੇ ਤੋਂ ਵੱਧ ਸੁਖੀ ਹੋ ਸਕਦਾ ਹੈ? ਇਹ ਸੂਤਰ ਕਹਿੰਦਾ ਜਿਹੜੇ ਸੁੱਖ ਦੀ ਖਾਤਰ ਹੀ ਜ਼ਿੰਦਗੀ ਬਸਰ ਕਰਦੇ ਹਨ ਤੇ ਦੁੱਖ ਹੀ ਪਾਉਂਦੇ ਹਨ। ਜਿਹੜੇ ਸੁੱਖ ਦੀ ਖਾਤਰ ਹੀ ਜਿਉਂਦੇ ਹਨ ਉਹ ਸੁੱਖ ਕਦੇ ਪਾਉਂਦੇ ਨਹੀਂ। ਤੁਸੀਂ ਉਹਨਾਂ ਦੀ ਫਿਕਰ ਛੱਡੋ, ਤੁਸੀਂ ਸੁਖੀ ਰਹੋ। ਹਿਰਦੇ ਦੇ ਅੰਦਰ ਪਾ ਕੇ ਅੰਕੁਰ ਨੂੰ ਲੱਭ ਕੇ ਉਹਨੂੰ ਬਾਹਰ ਕੱਢ ਸੁੱਟੋ। ਇਹ ਅੰਕੁਰ ਸ਼ਰਧਾਲੂ ਸ਼ਿਸ਼ ਦੇ ਹਿਰਦੇ ਵਿੱਚ ਉਸੇ ਤਰ੍ਹਾਂ ਵੱਧਦਾ ਤੇ ਫੁੱਲਦਾ ਫਲਦਾ ਜਿਵੇਂ ਕਿ ਵਾਸਨਾ ਭਰੇ ਮਨੁੱਖ ਦੇ ਹਿਰਦੇ 'ਚ। ਸਿਰਫ ਸੂਰਬੀਰ ਹੀ ਉਹਨੂੰ ਮੁਕਾ ਸੁੱਟਣ 'ਚ ਕਾਮਯਾਬ ਹੁੰਦੇ ਹੈ। ਕਮਜ਼ੋਰਾਂ ਨੂੰ ਤਾਂ ਉਹਦੇ ਵਧਣ ਫੁੱਲਣ ਫਲਣ ਤੇ ਫੈਲਣ ਤੇ ਫਿਰ ਖਤਮ ਹੋ ਜਾਣ ਦੀ ਰਾਹ ਤੱਕਣੀ ਪੈਂਦੀ ਹੈ। ਮਨ ਵਿੱਚ ਵਰਿਆਂ ਦੇ ਜਨਮਾਂ ਦੇ ਸੰਸਕਾਰ ਹਨ। ਜਨਮਾਂ ਜਨਮਾਂ ਤੀਕ ਤੁਸੀਂ ਸਿਵਾਏ ਦੁੱਖਾਂ ਦੇ ਕੁਝ ਹੋਰ ਇਕੱਠਾ ਨਹੀਂ ਕੀਤਾ। ਉਹ ਸੰਸਕਾਰ ਧੱਕੇ ਮਾਰਦੇ ਹਨ, ਤੁਹਾਨੂੰ ਬਾਰ-ਬਾਰ ਦੁੱਖਾਂ ਦੇ ਦਾਇਰੇ 'ਚ ਦਾਖਲ ਕਰਵਾ ਦਿੰਦੇ ਹਨ। ਪਾਪ ਦਾ ਇੱਕ ਅਰਥ ਹੈ ਦੁਖੀ ਹੋਣ ਦੀ ਬਿਰਤੀ ਪਾਪ ਹੈ। ਇਹ ਜ਼ਰਾ ਅਜੀਬ ਲੱਗੇਗਾ, ਇਹ ਪਰਿਭਾਸ਼ਾ ਤੁਸੀਂ ਕਦੇ ਸੁਣੀ ਨਹੀਂ ਹੋਣੀ। ਦੁਖੀ ਹੋਣ ਦੀ ਬਿਰਤੀ ਪਾਪ ਹੈ। ਕਿਉਂ? ਕਿਉਂਕਿ ਜਿਹੜਾ ਬੰਦਾ ਦੁਖੀ ਹੁੰਦਾ ਹੈ ਉਹ ਲਾਜ਼ਮੀ ਤੌਰ ਤੇ ਦੂਜਿਆਂ ਨੂੰ ਦੁੱਖ ਦੇਣ 'ਚ ਰੁਚੀ ਲੈਂਦਾ ਹੈ, ਇਸ ਲਈ ਪਾਪ ਹੈ। ਪਾਪ ਦਾ ਅਰਥ ਹੈ ਦੂਜੇ ਨੂੰ ਦੁੱਖ ਦੇਣਾ। ਪਰ ਦੂਜੇ ਨੂੰ ਜੇ ਦੁੱਖ ਦੇਣਾ ਹੋਵੇ ਤਾਂ ਪਹਿਲਾਂ ਆਪਣੇ ਆਪ ਨੂੰ ਦੁੱਖ ਦੇਣ ਦੀ ਕਲਾ 'ਚ ਮੁਹਾਰਤ ਹੋਣੀ ਚਾਹੀਦੀ ਹੈ, ਕਿਉਂਕਿ ਜੋ ਤੁਹਾਡੇ ਕੋਲ ਨਹੀਂ ਹੈ ਉਹ ਤੁਸੀਂ ਦੂਜਿਆਂ ਨੂੰ ਕਿਵੇਂ ਦੇ ਸਕਦੇ ਹੋ? ਜੇ ਤੁਸੀਂ ਦੁਖੀ ਨਹੀਂ ਹੋ ਤਾਂ ਤੁਸੀਂ ਕਿਸੇ ਹੋਰ ਨੂੰ ਦੁੱਖ ਕਿਵੇਂ ਦੇ ਸਕੋਗੇ? ਤੁਹਾਨੂੰ ਦੁਖੀ ਹੋਣਾ ਹੀ ਚਾਹੀਦਾ ਹੈ, ਤੇ ਉਹ ਵੀ ਸਧਾਰਨ ਰੂਪ ਨਾਲ ਨਹੀਂ। ਤੁਹਾਨੂੰ ਦੁੱਖ ਦਾ ਵੱਡਾ ਵਿਗਿਆਨਕ ਹੋਣਾ ਚਾਹੀਦਾ ਹੈ ਕਿ ਤੁਸੀਂ ਦੁੱਖ ਦੀਆਂ ਕਈ ਤਰਕੀਬਾਂ ਖੋਜ ਸਕੋ ਕਿ ਤੁਸੀਂ ਹਰ ਥਾਂ ਤੋਂ ਦੁੱਖ ਕੱਢ ਲਓ। ਜਿੱਥੇ ਸਵਰਗ ਵੀ ਵਹਿ ਰਿਹਾ ਹੋਵੇ ਉੱਥੋਂ ਤੋਂ ਵੀ ਤੁਸੀਂ ਨਰਕ ਦੀ ਧੁਨ ਕੱਢ ਪਾਓ, ਤਾਂ ਹੀ ਤੁਸੀਂ ਦੁਖੀ ਹੋ ਸਕੋਗੇ। ਤੇ ਸਵਰਗ ਤਾਂ ਚਾਰ ਚੁਫੇਰੇ ਮੌਜੂਦ ਹੈ ਤੇ ਵਹਿ ਰਿਹਾ, ਤੁਸੀਂ ਉਸ ਵਿੱਚੋਂ ਨਰਕ ਲੱਭ ਹੀ ਲੈਂਦੇ ਹੋ। ਦੂਜੇ ਨੂੰ ਦੁੱਖ ਦੇਣ ਦੇ ਲਈ ਖੁਦ ਦੁਖੀ ਹੋਣਾ ਜ਼ਰੂਰੀ ਹੈ। ਦੂਜੇ ਨੂੰ ਦੁੱਖ ਦੇਣਾ ਪਾਪ ਹੈ। ਇਹਦਾ ਮਤਲਬ ਇਹ ਹੋਇਆ ਕਿ ਬੁਨਿਆਦੀ ਤੌਰ ਤੇ ਆਪਣੇ ਆਪ ਨੂੰ ਦੁੱਖ ਦੇਣਾ ਪਾਪ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਦੁੱਖ ਨਹੀਂ ਦਿੰਦਾ ਉਹ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ। ਉਹ ਦੇ ਹੀ ਨਹੀਂ ਸਕੇਗਾ, ਉਹ ਸੋਚ ਵੀ ਨਹੀਂ ਸਕੇਗਾ। ਤੇ ਜਿਹੜਾ ਖੁਦ ਨੂੰ ਦੁੱਖ ਨਹੀਂ ਦਿੰਦਾ ਉਹ ਇੰਨੇ ਸੁੱਖ ਨਾਲ ਭਰ ਜਾਏਗਾ, ਮਹਾ ਸੁੱਖ ਨਾਲ, ਕਿ ਉਹਨੂੰ ਵੰਡਣਾ ਚਾਹੇਗਾ, ਉਹਨੂੰ ਹੋਰਨਾਂ ਨੂੰ ਦੇਣਾ ਚਾਹੇਗਾ। ਕਿਉਂਕਿ ਜਿੰਨਾ ਵੰਡਿਆ ਜਾਏ ਸੁੱਖ ਓਨਾ ਹੀ ਵੱਧਦਾ ਹੈ। ਦੁੱਖ ਕਿਉਂ ਅਸੀਂ ਦੂਜੇ ਨੂੰ ਦੇਣਾ ਚਾਹੁੰਦੇ ਹਾਂ? ਅਸੀਂ ਦੁਖੀ ਹਾਂ ਬਹੁਤ। ਜਦ ਵੀ ਅਸੀਂ ਕਿਸੇ ਨੂੰ ਆਪਣੇ ਨਾਲੋਂ ਵੱਧ ਦੁਖੀ ਕਰ ਲੈਂਦੇ ਹਾਂ, ਥੋੜ੍ਹੀ ਜਿਹੀ ਸੁੱਖ ਦੀ ਝਲਕ ਮਿਲਦੀ ਹੈ ਸਾਨੂੰ, ਬਸ ਉਹੀ ਸਾਡਾ ਸੁੱਖ ਹੈ। ਓਨਾ ਹੀ ਸੁੱਖ ਅਸੀਂ ਜਾਣਦੇ ਹਾਂ। ਦੂਜਾ ਜੇਕਰ ਤੁਹਾਡੇ ਨਾਲੋਂ ਵੱਧ ਦੁਖੀ ਹੋ ਜਾਏ, ਤੁਹਾਨੂੰ ਜ਼ਰਾ ਕੁ ਸੁੱਖ ਦੀ ਝਲਕ ਮਿਲਦੀ ਹੈ, ਉਹ ਸੁੱਖ ਹੈ ਨਹੀਂ, ਇਹ ਪਰ ਤੁਲਨਾਤਮਕ ਹੈ। ਜਦ ਤੁਸੀਂ ਇੱਕ ਵੱਡੀ ਲਕੀਰ ਖਿੱਚ ਦਿੰਦੇ ਹੋ ਦੁੱਖ ਦੀ ਆਪਣੇ ਕੋਲ, ਤਾਂ ਤੁਹਾਡਾ ਦੁੱਖ ਛੋਟਾ ਜਾਪਣ ਲੱਗਦਾ ਹੈ। ਇਸ ਲਈ ਅਸੀਂ ਆਪਣੇ ਚਾਰ ਚੁਫੇਰੇ ਦੀਆਂ ਲਕੀਰਾਂ ਖਿੱਚਦੇ ਰਹਿੰਦੇ ਹਾਂ। ਦੁਖੀ ਪਤੀ ਪਤਨੀ ਨੂੰ ਦੁਖੀ ਕਰੇਗਾ ਤੇ ਜਦ ਤੱਕ ਚੰਗੀ ਤਰ੍ਹਾਂ ਦੁਖੀ ਨਾ ਕਰ ਲਏ ਤਦ ਤੱਕ ਉਹਨੂੰ ਸੁੱਖ ਦੀ ਝਲਕ ਨਹੀਂ ਮਿਲੇਗੀ। ਦੁਖੀ ਪਤਨੀ ਪਤੀ ਨੂੰ ਦੁਖੀ ਕਰੇਗੀ, ਦੁਖੀ ਬਾਪ ਬੇਟੇ ਨੂੰ ਦੁਖੀ ਕਰੇਗਾ, ਦੁਖੀ ਬੇਟੇ ਬਾਪ ਨੂੰ ਦੁਖੀ ਕਰਨਗੇ। ਇਹ ਸਾਡੇ ਪੂਰੇ ਸਮਾਜ ਦੇ ਦੁੱਖ ਦਾ ਇੱਕ ਅੰਤਰਜਾਲ ਹੈ ਜਿਸ 'ਚ ਅਸੀਂ ਇੱਕ ਦੂਜੇ ਨੂੰ ਦੁਖੀ ਕਰ ਰਹੇ ਹਾਂ। ਤੇ ਜਦ ਵੀ ਅਸੀਂ ਆਪਣੇ ਚਾਰ ਚੁਫੇਰੇ ਦੁੱਖ ਦੇ ਛੱਪੜ ਬਣਾ ਲੈਂਦੇ ਹਾਂ ਤੇ ਵਿੱਚ ਵਿਚਾਲੇ ਸਾਨੂੰ ਜ਼ਰਾ ਸੁੱਖ ਦਾ ਸਾਹ ਆਉਂਦਾ ਹੈ ਕਿ ਚਲੋ ਮੈਂ ਇੰਨਾ ਦੁਖੀ ਨਹੀਂ ਹਾਂ ਜਿੰਨੇ ਹੋਰ ਲੋਕ ਦੁਖੀ ਹਨ। ਤੇ ਫਿਰ ਜਦ ਅਸੀਂ ਦੂਜਿਆਂ ਨੂੰ ਦੁੱਖ ਦੇਣ 'ਚ ਲੱਗ ਜਾਂਦੇ ਹਾਂ ਤਾਂ ਅਸੀਂ ਆਪਣਾ ਦੁੱਖ ਭੁੱਲ ਹੀ ਜਾਂਦੇ ਹਾਂ। ਸਾਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਮੈਂ ਵੀ ਦੁਖੀ ਹਾਂ। ਅਸੀਂ ਇੰਨੇ ਰੁੱਝ ਜਾਂਦੇ ਹਾਂ ਦੂਜੇ ਨੂੰ ਦੁੱਖ ਦੇਣ 'ਚ ਕਿ ਸਾਨੂੰ ਆਪਣੀ ਚਿੰਤਾ ਹੀ ਭੁੱਲ ਜਾਂਦੀ ਹੈ। ਇਸ ਲਈ ਦੂਜੇ ਨੂੰ ਦੁੱਖ ਦੇਣ ਵਾਲੇ ਲੋਕ ਇੱਕ ਲਿਹਾਜ਼ ਨਾਲ ਸੁਖੀ ਜਾਪਦੇ ਹਨ। ਉਹਨਾਂ ਨੂੰ ਆਪਣੀ ਫਿਕਰ ਹੀ ਨਹੀਂ,
ਆਪਣੇ ਆਪ ਨੂੰ ਭੁਲਾਉਣ ਦਾ ਇਹ ਉਪਾਅ ਹੈ। ਪਾਪ ਹੈ ਦੂਜੇ ਨੂੰ ਦੁੱਖ ਦੇਣਾ, ਤਾਂ ਪਾਪ ਹੋਇਆ ਖੁਦ ਨੂੰ ਦੁੱਖ ਦੇਣਾ ਵੀ। ਇਹ ਸੂਤਰ ਕਹਿੰਦਾ ਹੈ ਕਿ ਪਾਪ ਦੇ ਬੀਜ ਨੂੰ, ਅੰਕੁਰ ਨੂੰ ਕੱਢ ਸੁੱਟੋ। ਜਦ ਵੀ ਤੁਹਾਨੂੰ ਦੁਖੀ ਹੋਣ ਦੀ ਕੋਈ ਬਿਰਤੀ ਚੰਬੜਨ ਲੱਗੇ, ਉਸੇ ਵੇਲੇ ਕੱਢ ਸੁੱਟਣਾ। ਉਹਦੇ ਨਾਲ ਨਾ ਜਾਣਾ, ਉਸ ਵਿੱਚ ਨਾ ਬਹਿਣਾ, ਉਹਦੇ ਨਾਲ ਇੱਕ ਮਿਕਤਾ ਨਾ ਕਰਨੀ। ਜਦ ਵੀ ਤੁਹਾਨੂੰ ਦੁਖੀ ਹੋਣ ਦੀ ਕੋਈ ਬਿਰਤੀ ਪਕੜੇ, ਨਾਲ ਹੀ ਨਾਲ ਚਾਰ ਚੁਫੇਰੇ ਦੇਖਣਾ, ਸੁੱਖ ਨੂੰ ਲੱਭਣਾ, ਦੁੱਖ ਦੀ ਬਿਰਤੀ ਨੂੰ, ਰੁਝਾਨ ਨੂੰ ਕੱਢ ਕੇ ਬਾਹਰ ਸੁੱਟ ਦੇਣਾ। ਜੇ ਤੁਸੀਂ ਦੁਖੀ ਹੋਣ ਤੋਂ ਬਚ ਜਾਓ ਤਾਂ ਤੁਸੀਂ ਦੂਜੇ ਨੂੰ ਦੁੱਖ ਦੇਣ ਤੋਂ ਬਚ ਜਾਓਗੇ। ਤੁਹਾਡੀ ਜ਼ਿੰਦਗੀ 'ਚੋਂ ਪਾਪ ਖਤਮ ਹੋ ਜਾਏਗਾ। ਆਨੰਦ ਪੁੰਨ ਹੈ, ਤੇ ਜਦ ਤੁਸੀਂ ਆਨੰਦਿਤ ਹੁੰਦੇ ਹੋ ਤਾਂ ਤੁਸੀਂ ਪੁੰਨ ਆਤਮਾ ਹੋ। ਮੈਂ ਨਹੀਂ ਕਹਿੰਦਾ ਕਿ ਤੁਸੀਂ ਦਾਨ ਦਿਓਗੇ ਤਾਂ ਪੁੰਨ ਆਤਮਾ ਹੋ ਜਾਓਗੇ। ਮੈਂ ਨਹੀਂ ਕਹਿੰਦਾ ਤੁਸੀਂ ਮੰਦਰ, ਮਸਜਿਦ, ਗੁਰਦੁਆਰੇ ਬਣਾਓਗੇ ਤਾਂ ਪੁੰਨ ਆਤਮਾ ਹੋ ਜਾਓਗੇ। ਜ਼ਰੂਰੀ ਨਹੀਂ ਹੈ। ਹੋ ਸਕਦਾ ਉਹ ਵੀ ਦੂਜੇ ਨੂੰ ਦੁੱਖ ਦੇਣ ਦੀ ਬਿਰਤੀ ਤੋਂ ਪੈਦਾ ਹੋ ਰਹੇ ਹੋਣ। ਹੋ ਸਕਦਾ ਉਹ ਵੀ ਦੂਜੇ ਨੂੰ ਦੁਖੀ ਕਰਨ ਦੇ ਰੁਝਾਨ ਤੋਂ ਪੈਦਾ ਹੋ ਰਹੇ ਹੋਣ। ਤੁਹਾਡੇ ਗੁਆਂਢੀ ਨੇ ਲੱਖ ਰੁਪਇਆ ਦਾਨ ਦਿੱਤਾ ਹੋਵੇ ਤਾਂ ਤੁਸੀਂ 2 ਲੱਖ ਰੁਪਏ ਦਾਨ ਦੇ ਸਕਦੇ ਹੋ, ਕਿਉਂਕਿ ਤੁਹਾਡਾ ਹੰਕਾਰ ਜਦ ਤੱਕ ਗੁਆਂਢੀ ਨਾਲੋਂ ਵੱਡਾ ਨਾ ਹੋ ਜਾਏ ਤਦ ਤੱਕ ਤੁਸੀਂ ਉਹਨੂੰ ਦੁਖੀ ਨਹੀਂ ਕਰ ਪਾਓਗੇ। ਸੁਣਿਆ ਹੈ ਕਿ ਇੱਕ ਸ਼ਹਿਰ 'ਚ ਬਹੁਤ ਵੱਡਾ ਦਾਨੀ ਆਦਮੀ ਸੀ। ਉਹਨੇ ਕਦੇ ਇੱਕ ਪੈਸਾ ਵੀ ਦਾਨ ਨਹੀਂ ਸੀ ਕੀਤਾ, ਪਰ ਦਾਨੀ ਉਹ ਬੜਾ ਸੀ। ਉਹਦੇ ਦਾਨ ਦੀ ਬੜੀ ਚਰਚਾ ਸੀ ਤੇ ਕਦੇ ਉਹਨੇ ਇੱਕ ਪੈਸਾ ਦਾਨ ਨਹੀਂ ਕੀਤਾ। ਪਰ ਪਿੰਡ 'ਚ ਕਿਸੇ ਨੂੰ ਦਾਨ ਚਾਹੀਦਾ ਹੁੰਦਾ, ਸਭ ਤੋਂ ਪਹਿਲਾਂ ਉਸੇ ਵੱਡੇ ਦਾਨੀ ਦੇ ਕੋਲ ਜਾਂਦਾ। ਉਹ ਦਾਨੀ ਲਿਖਵਾ ਲੈਂਦਾ ਸੀ, ਲੱਖ, 2 ਲੱਖ, 5 ਲੱਖ, ਕਿਉਂਕਿ ਉਹਨੂੰ ਦੇਣਾ ਕਦੇ ਵੀ ਨਹੀਂ ਪੈਂਦਾ ਸੀ। ਦਿੰਦਾ ਤਾਂ ਕਦੇ ਵੀ ਨਹੀਂ ਸੀ, ਪਰ ਜਦੋਂ 5 ਲੱਖ ਲਿਖਵਾ ਦਿੰਦਾ, ਸਾਰੇ ਨਗਰ ਦੇ ਧਨਵਾਨਾਂ ਦੇ ਪ੍ਰਾਣਾਂ 'ਚ ਅੱਗ ਲੱਗ ਜਾਂਦੀ ਸੀ। ਉਹਨਾਂ ਨੂੰ ਵੀ ਲਿਖਵਾਉਣਾ ਪੈ ਜਾਂਦਾ। ਉਹ ਕਦੇ ਦਿੰਦਾ ਨਹੀਂ ਸੀ। ਇਹੀ ਉਹਦਾ ਦਾਨ ਸੀ ਕਿ 5 ਲੱਖ ਲਿਖਵਾ ਦਿੰਦਾ ਸੀ, ਦਸਖਤ ਕਰ ਦਿੰਦਾ ਸੀ। ਫਿਰ ਸਾਰੇ ਨਗਰ ਦੇ ਪੈਸੇ ਵਾਲੇ ਕੁਛ ਨਾ ਕੁਛ ਦੇ ਦਿੰਦੇ ਸੀ, ਕਿਉਂਕਿ ਫਿਰ ਪੀੜ ਮਾਲੂਮ ਹੋਣ ਲੱਗਦੀ ਸੀ। ਤੇ ਜਿਹੜੇ ਲੋਕ ਦਾਨ ਇਕੱਠਾ ਕਰਦੇ ਹਨ ਉਹ ਭਲੀ ਭਾਂਤ ਜਾਣਦੇ ਹੈ ਕਿ 2-4 ਨਾਮ ਹੋਣੇ ਚਾਹੀਦੇ ਹੈ ਲਿਸਟ ਤੇ। ਫਿਰ ਕਿਸੇ ਦੇ ਕੋਲ ਜਾਓ ਤਾਂ ਉਹਦੇ ਹੰਕਾਰ ਨੂੰ ਸੱਟ ਵੱਜਦੀ ਹੈ। ਉਹਨੂੰ ਵੀ ਕੁਛ ਨਾ ਕੁਛ ਦੇਣਾ ਪੈਂਦਾ ਹੈ। ਸਧਾਰਨ ਮੰਗਤਾ ਵੀ ਇਹ ਗੁਰ ਜਾਣਦਾ ਹੈ। ਤੇ ਜਦ ਘਰੋਂ ਮੰਗਣ ਲਈ ਨਿਕਲਦਾ ਹੈ ਤਾਂ ਆਪਣੇ ਕੋਲੋਂ ਹੀ ਭੀਖ ਵਾਲੇ ਪਾਤਰ 'ਚ ਕੁਝ ਸਿੱਕੇ ਪਾ ਤੁਰਦਾ ਹੈ, ਕਿਉਂਕਿ ਫਿਰ ਜਦੋਂ ਆਪਣੇ ਪਾਤਰ ਵਿਚਲੇ ਪੈਸਿਆਂ ਨੂੰ ਖੜਕਾਉਂਦਾ ਹੈ ਤੇ ਤੁਹਾਨੂੰ ਵੀ ਲੱਗਦਾ ਹੈ ਕਿ ਕੋਈ ਪਹਿਲਾਂ ਵੀ ਦੇ ਗਏ। ਖਾਲੀ ਪਾਤਰ ਵਿੱਚ ਤਾਂ ਤੁਸੀਂ ਵੀ ਕੋਈ ਪੈਸਾ ਟਕਾ ਪਾਉਣ ਨੂੰ ਰਾਜ਼ੀ ਨਹੀਂ ਹੁੰਦੇ, ਕਿਉਂਕਿ ਕੋਈ ਹੰਕਾਰ ਨੂੰ ਚੋਟ ਨਹੀਂ ਲੱਗੇਗੀ। ਕੋਈ ਦੇ ਚੁੱਕਾ ਤਾਂ ਪੀੜ ਮਾਲੂਮ ਹੁੰਦੀ ਹੈ ਕਿ ਜੇ ਮੈਂ ਨਾ ਦਿੱਤਾ ਤੇ ਇਸ ਮੰਗਤੇ ਦੇ ਸਾਹਮਣੇ ਮੈਂ ਦੀਨ ਹੋ ਜਾਵਾਂਗਾ। ਮੰਗਤਾ ਵੀ ਸਮਝਦਾ ਜਦ ਤੁਸੀਂ ਇਕੱਲੇ ਹੋ ਤਾਂ ਤੁਹਾਤੋਂ ਨਹੀਂ ਮੰਗਦਾ। ਜਦ 4 ਬੰਦੇ ਤੁਹਾਡੇ ਨਾਲ ਮੌਜੂਦ ਹੋਣ ਤਾਂ ਤੁਹਾਡੇ ਪੈਰ ਫੜ ਲੈਂਦਾ ਹੈ, ਕਿਉਂਕਿ 4 ਬੰਦਿਆਂ ਦੇ ਸਾਹਮਣੇ ਹੁਣ ਇੱਜ਼ਤ ਦਾ ਸਵਾਲ ਹੈ। ਦੂਜੇ ਨੂੰ ਦੁੱਖ ਦੇਣ ਦੀ ਖਾਤਰ ਅਸੀਂ ਦਾਨ ਵੀ ਦੇ ਸਕਦੇ ਹਾਂ। ਦੂਜੇ ਨੂੰ ਦੁੱਖ ਦੇਣ ਦੇ ਲਈ ਅਸੀਂ ਮੰਦਰ ਵੀ ਬਣਾ ਸਕਦੇ ਹਾਂ। ਦੂਜੇ ਨੂੰ ਦੁਖੀ ਕਰਨ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ। ਤਦ ਸਭ ਪਾਪ ਹੋ ਜਾਂਦਾ ਹੈ। ਆਨੰਦ ਪੁੰਨ ਹੈ, ਕਿਉਂਕਿ ਜਦ ਤੁਸੀਂ ਆਨੰਦਿਤ ਹੁੰਦੇ ਹੋ ਤਦ ਜੋ ਵੀ ਤੁਸੀਂ ਕਰਦੇ ਹੋ ਉਸ 'ਚੋਂ ਆਨੰਦ ਹੀ ਵਹਿੰਦਾ ਹੈ। ਜੋ ਵੀ ਤੁਸੀਂ ਕਰਦੇ ਹੋ ਤਦ ਜਦ ਤੱਕ ਉਸ 'ਚੋਂ ਆਨੰਦ ਨਾ ਵਹਿਣ ਲੱਗੇ ਤਦ ਤੱਕ ਤੁਸੀਂ ਸਮਝਣਾ ਕਿ ਪੁੰਨ ਦੀ ਤੁਹਾਨੂੰ ਕੋਈ ਪ੍ਰਤੀਤੀ ਨਹੀਂ ਹੈ। ਪਰ ਪਾਪ ਦੇ ਅੰਕੁਰ ਪੁੱਟ ਕੇ ਨਾ ਸੁੱਟ ਦਿੱਤੇ ਜਾਣ ਤਾਂ ਪੁੰਨ ਦਾ ਜਨਮ ਵੀ ਨਹੀਂ ਹੋਏਗਾ, ਕਿਉਂਕਿ ਪਾਪ ਦੇ ਪੱਥਰ ਪੁੰਨ ਦੇ ਝਰੋਖਿਆਂ ਨੂੰ ਰੋਕੀ ਰੱਖਦੇ ਆ। ਇੱਕ ਗੱਲ ਦਾ ਖਿਆਲ ਰੱਖਣਾ, ਜਿੱਥੇ ਵੀ ਪਤਾ ਲੱਗੇ ਕਿ ਮੈਂ ਦੁੱਖ ਦੀ ਬਿਰਤੀ 'ਚ ਪੈ ਰਿਹਾ ਕਿਸੇ ਵੀ ਕਾਰਨ ਕਰਕੇ, ਤਾਂ ਦੇਰ ਨਾ ਕਰਨਾ, ਉਹਦੇ ਨਾਲ ਦੀ ਨਾਲ ਪੁੱਟ ਕੇ ਸੁੱਟ ਦੇਣਾ। ਉਸ ਨਾਲ ਜ਼ਰਾ ਜਿੰਨੀ ਦੋਸਤੀ ਵੀ ਮੁਨਾਸਿਬ ਨਹੀਂ ਹੈ, ਕਿਉਂਕਿ ਥੋੜੀ ਦੇਰ ਵੀ ਤੁਸੀਂ ਰੁਕ ਗਏ ਤਾਂ ਦੁੱਖ ਜੜ੍ਹਾਂ ਫੈਲਾ ਲਏਗਾ, ਤੁਹਾਡੇ ਅੰਦਰ ਦਾਖਲ ਹੋ ਜਾਏਗਾ। ਬੜੇ ਹੌਸਲੇ ਦੀ ਜ਼ਰੂਰਤ ਹੈ। ਸੂਤਰ ਕਹਿੰਦਾ ਹੈ ਕਿ ਸਿਰਫ ਸੂਰਬੀਰ ਹੀ ਉਹਨੂੰ ਮਿਟਾ ਸੁੱਟਣ ਵਿੱਚ ਕਾਮਯਾਬ ਹੁੰਦੇ ਹਨ। ਕਮਜ਼ੋਰਾਂ ਨੂੰ ਤਾਂ ਉਹਦੇ ਵਧਣ ਚੜ੍ਹਨ ਫਲਣ ਤੇ ਫਿਰ ਮਿਟਣ ਦੀ ਰਾਹ ਤੱਕਣੀ ਪੈਂਦੀ ਹੈ। ਬੜੀ ਕਮਜ਼ੋਰੀ ਹੁੰਦੀ ਹੈ। ਆਪਣੇ ਦੁੱਖ ਨੂੰ ਪੁੱਟ ਸੁੱਟਣ 'ਚ ਅਸੀਂ ਕਮਜ਼ੋਰ ਸਾਬਤ ਹੁੰਦੇ ਹਾਂ। ਕੀ ਕਾਰਨ ਹੋਏਗਾ? ਕਿਉਂਕਿ ਲੱਗਦਾ ਤਾਂ ਉੱਪਰ ਤੋਂ ਅਜਿਹਾ ਹੈ ਕਿ ਜਦ ਅਸੀਂ ਦੁਖੀ ਨਹੀਂ ਹੋਣਾ ਚਾਹੁੰਦੇ ਤਾਂ ਦੁੱਖ ਦੀ ਕਿਸੇ ਵੀ ਚੀਜ਼ ਨੂੰ ਅਸੀਂ ਪੁੱਟ ਸੁੱਟਾਂਗੇ, ਲੇਕਿਨ ਨਹੀਂ। ਪੁਰਾਣੇ ਦੁੱਖਾਂ ਨਾਲ ਸਾਡੀ ਦੋਸਤੀ ਤੇ ਨਜ਼ਦੀਕੀ ਤੇ ਆਪਣਾਪਣ ਬਣ ਜਾਂਦਾ ਹੈ। ਉਹ ਸਾਡੇ ਸੰਬੰਧੀ ਹੋ ਜਾਂਦੇ ਆ। ਤੁਹਾਨੂੰ ਖਿਆਲ 'ਚ ਨਾ ਹੋਵੇ, ਪਰ ਬੰਦੇ ਦਾ ਮਨ ਬੜਾ ਜਟਿਲ ਹੈ। ਜੇ ਤੁਹਾਨੂੰ ਕੋਈ ਬਿਮਾਰੀ ਹੈ
ਤੁਸੀਂ ਸੋਚਦੇ ਹੋ ਵੱਡੀ ਬਿਮਾਰੀ ਹੈ, ਡਾਕਟਰ ਦੇ ਕੋਲ ਤੁਸੀਂ ਜਾਂਦੇ ਹੋ, ਉਹ ਕਹਿੰਦਾ ਕੁਝ ਵੀ ਨਹੀਂ, ਸਰਦੀ ਜ਼ੁਕਾਮ ਹੈ, ਤਾਂ ਤੁਹਾਡੇ ਮਨ 'ਚ ਬੜੀ ਪੀੜ ਹੁੰਦੀ ਹੈ ਕਿ ਅੱਛਾ ਤਾਂ ਸਿਰਫ ਸਰਦੀ ਜ਼ੁਕਾਮ ਹੈ, ਫਿਰ ਤਾਂ ਆਉਣਾ ਬੇਕਾਰ ਹੋਇਆ। ਡਾਕਟਰ ਕਹਿਦਾ ਹੈ ਕਿ ਛੋਟੀ ਮੋਟੀ ਬਿਮਾਰੀ ਹੈ ਤਾਂ ਮਨ ਨੂੰ ਚੰਗਾ ਨਹੀਂ ਲੱਗਦਾ। ਤੁਹਾਡੇ ਵਰਗੇ ਵੱਡੇ ਆਦਮੀ ਨੂੰ ਛੋਟੀ ਮੋਟੀ ਬਿਮਾਰੀ, ਵੱਡੇ ਆਦਮੀ ਨੂੰ ਤਾਂ ਵੱਡੀ ਬਿਮਾਰੀ ਹੋਣੀ ਚਾਹੀਦੀ ਹੈ। ਮਨ 'ਚ ਕੁਝ ਪੀੜ ਹੁੰਦੀ ਹੈ। ਜੇਕਰ ਤੁਹਾਡੀਆਂ ਸਾਰੀਆਂ ਬਿਮਾਰੀਆਂ ਇੱਕਦਮ ਨਾਲ ਖੋਹ ਲਈਆਂ ਜਾਣ ਤਾਂ ਤੁਸੀਂ ਤਿਆਰ ਨਹੀਂ ਹੋਗੇ। ਹਾਲਾਂਕਿ ਤੁਸੀਂ ਇੱਕਦਮ ਨਾਲ ਕਹੋਗੇ ਕਿ ਨਹੀਂ, ਮੈਂ ਤਿਆਰ ਹਾਂ ਸਾਰੀਆਂ ਬਿਮਾਰੀਆਂ ਛੱਡਣ ਨੂੰ, ਪਰ ਤੁਸੀਂ ਫਿਰ ਤੋਂ ਸੋਚਣਾ ਤੁਸੀਂ ਤਿਆਰ ਨਹੀਂ ਹੋਵੋਗੇ, ਕਿਉਂਕਿ ਆਪਣੀਆਂ ਬਿਮਾਰੀਆਂ ਤੋਂ ਬਿਨਾਂ ਤੁਸੀਂ ਰਹੋਗੇ ਕਿਵੇਂ? ਤੁਸੀਂ ਖਾਲੀ ਖਾਲੀ ਹੋ ਜਾਓਗੇ। ਤੁਸੀਂ ਕਰੋਗੇ ਕੀ? ਤੁਸੀਂ ਰੋਣਾ ਕਿਸ ਗੱਲ ਦਾ ਰੋਗੇ? ਤੁਸੀਂ ਸ਼ਿਕਾਇਤ ਕਿਸ ਗੱਲ ਦੀ ਕਰੋਗੇ? ਤੁਸੀਂ ਗੁਆਂਢੀਆਂ ਦਾ ਸਿਰ ਕਿਸ ਗੱਲ ਨੂੰ ਲੈ ਕੇ ਖਾਓਗੇ? ਆਪਣੇ ਚਾਰ ਚੁਫੇਰੇ ਘੁੰਮੋਗੇ ਕਿਹੜਾ ਡੰਡਾ ਲੈ ਕੇ? ਜੇਕਰ ਤੁਹਾਡੀਆਂ ਸਾਰੀਆਂ ਬਿਮਾਰੀਆਂ ਅਲੱਗ ਕਰ ਲਈਆਂ ਜਾਣ, ਤੁਸੀਂ ਬਿਲਕੁਲ ਖਾਲੀ ਤੇ ਬੇਕਾਰ ਹੋ ਜਾਓਗੇ। ਅਨਐਮਪਲੋਇਡ, ਅਨਆਕੂਪਾਈਡ, ਸਾਰਾ ਰੁਝੇਵਾਂ ਮੁੱਕ ਜਾਏਗਾ। ਤੁਸੀਂ ਅਚਾਨਕ ਪਾਓਗੇ ਕਿ ਬਿਲਕੁਲ ਬੇਕਾਰ ਹੋ ਇਸ ਜਗਤ ਵਿੱਚ, ਨਾ ਕੋਈ ਬਿਮਾਰੀ ਨਾ ਕੋਈ ਸ਼ਿਕਾਇਤ। ਤਦ ਕਰੋ ਕੀ? ਅਜੇ ਤਾਂ ਸ਼ਿਕਾਇਤਾਂ ਬਹੁਤ ਹਨ, ਤਾਂ ਦਿਨ ਲੰਘ ਜਾਂਦਾ ਹੈ, ਸਮਾਂ ਮਜ਼ੇ ਨਾਲ ਕੱਟ ਜਾਂਦਾ ਹੈ। ਅਜੇ ਤਾਂ ਬੜੇ ਦੁੱਖ ਹਨ, ਤਾਂ ਉਹਨਾਂ ਦੀ ਚਰਚਾ ਕਰਕੇ ਕਾਫੀ ਸਵਾਦ ਮਿਲਦਾ ਹੈ। ਸੋਚਿਆ ਤੁਸੀਂ ਕਿ ਤੁਹਾਡੀਆਂ ਬਿਮਾਰੀਆਂ ਕੋਈ ਜਾਦੂ ਨਾਲ ਹਟਾ ਦੇਵੇ ਇੱਕ ਪਲ ਵਿੱਚ, ਤਾਂ ਤੁਸੀਂ ਤਿਆਰ ਨਹੀਂ ਹੋਗੇ, ਕਿਉਂਕਿ ਆਪਣੇ ਆਪ ਨੂੰ ਤੁਸੀਂ ਆਪਣੀਆਂ ਬਿਮਾਰੀਆਂ ਦਾ ਇੱਕ ਜੋੜ ਵੀ ਤਾਂ ਸਮਝਦੇ ਹੋ। ਤੁਸੀਂ ਮਿਟ ਜਾਓਗੇ। ਜੰਜੀਰਾਂ ਵੀ ਬਹੁਤ ਦਿਨਾਂ ਤੱਕ ਹੱਥਾਂ ਵਿੱਚ ਰਹਿ ਜਾਣ ਤਾਂ ਜੇਵਰ ਜਾਪਣ ਲੱਗਦੀਆਂ ਹਨ। ਬਿਮਾਰੀਆਂ ਵੀ ਜ਼ਿੰਦਗੀ ਦਾ ਇੱਕ ਢੰਗ ਬਣ ਜਾਂਦੀਆਂ ਹਨ। ਇਹ ਵੇ ਆਫ ਲਾਈਫ, ਇੱਕ ਵਿਵਸਥਾ ਬਣ ਜਾਂਦੀ ਹੈ। ਬਿਮਾਰ ਆਪਣੀ ਜ਼ਿੰਦਗੀ ਨੂੰ ਵੀ ਬਚਾਉਂਦਾ ਹੈ, ਦੁਖੀ ਆਪਣੇ ਦੁੱਖ ਨੂੰ ਵੀ ਸੰਭਾਲਦਾ ਹੈ। ਇਹ ਸੰਪਦਾਵਾਂ ਹੋ ਜਾਂਦੀਆਂ। ਜਦ ਮੈਂ ਇਹ ਕਹਿ ਰਿਹਾ ਤਾਂ ਧਿਆਨ ਰੱਖਣਾ, ਮੈਂ ਤੁਹਾਡੇ ਸਭ ਦੀ ਬਾਬਤ ਕਹਿ ਰਿਹਾ। ਇਹ ਮਨ ਦਾ ਨਿਯਮ ਹੈ, ਇਸ ਲਈ ਅਜਿਹਾ ਨਾ ਸੋਚਣਾ ਕਿ ਇਹ ਗੱਲ ਕਿਸੇ ਪਾਗਲ ਦੇ ਸੰਬੰਧ 'ਚ ਸੱਚ ਹੋਏਗੀ। ਮੈਂ ਤਾਂ ਆਪਣੇ ਦੁੱਖ ਛੱਡਣਾ ਚਾਹੁੰਦਾ, ਕਿਉਂਕਿ ਜੇ ਤੁਸੀਂ ਆਪਣੇ ਦੁੱਖ ਛੱਡਣਾ ਹੀ ਚਾਹੁੰਦੇ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਕਦੇ ਦਾ ਛੱਡ ਦਿੱਤਾ ਹੁੰਦਾ। ਤੁਸੀਂ ਉਹਨਾਂ ਨੂੰ ਪਕੜਿਆ ਹੈ, ਜ਼ਰੂਰ ਤੁਸੀਂ ਕੋਈ ਤਰਕੀਬ ਕੱਢੀ ਹੈ ਜਿਸ ਨਾਲ ਤੁਸੀਂ ਉਹਨਾਂ ਨੂੰ ਸਾਂਭਿਆ ਹੋਇਆ, ਨਹੀਂ ਤਾਂ ਕੌਣ ਰੋਕਦਾ ਹੈ? ਤੁਸੀਂ ਉਹਨਾਂ ਨੂੰ ਸੁੱਟ ਦਿੱਤਾ ਹੁੰਦਾ। ਕੋਈ ਨਹੀਂ ਰੋਕਦਾ, ਕੋਈ ਤੁਹਾਨੂੰ ਦੁਖੀ ਨਹੀਂ ਕਰ ਰਿਹਾ ਹੈ, ਪਰ ਤੁਹਾਡੇ ਮਨ ਦੇ ਅੰਦਰ ਕੋਈ ਜਾਲ ਹੈ ਜਿਹੜਾ ਤੁਹਾਡੇ ਦੁੱਖਾਂ ਨੂੰ ਵੀ ਬਚਾਉਂਦਾ ਹੈ। ਹੁਣ ਮਨੋਰੋਗ ਮਾਹਿਰ ਕਹਿੰਦੇ ਹੈ ਕਿ ਦੁੱਖ ਵਿੱਚ ਵੀ ਇਨਵੈਸਟਮੈਂਟ ਹੈ, ਦੁੱਖ ਵਿੱਚ ਵੀ ਪੂੰਜੀ ਲੱਗੀ ਹੈ ਤੁਹਾਡੀ। ਇੱਕ ਛੋਟਾ ਬੱਚਾ ਹੈ, ਉਹ ਦੇਖਦਾ ਹੈ ਕਿ ਜਦੋਂ ਬਿਮਾਰ ਹੁੰਦਾ ਹੈ ਤਾਂ ਮਾਂ ਵੀ ਕੋਲ ਬੈਠਦੀ ਹੈ, ਸਿਰ ਉੱਤੇ ਹੱਥ ਰੱਖਦੀ ਹੈ। ਜਦ ਬਿਮਾਰ ਹੁੰਦਾ ਹੈ ਬਾਪ ਵੀ ਕੋਲ ਆਉਂਦਾ ਹੈ, ਸਿਰ ਤੇ ਹੱਥ ਰੱਖਦਾ ਹੈ। ਜਦ ਬਿਮਾਰ ਹੁੰਦਾ ਹੈ ਤਾਂ ਨਾ ਕੋਈ ਘੂਰਦਾ ਨਾ ਕੋਈ ਝਗੜਦਾ, ਸਾਰੇ ਪ੍ਰੇਮ ਕਰਦੇ ਆ। ਬਿਮਾਰ ਹੁੰਦਾ ਹੈ ਤਾਂ ਚਾਰ ਚੁਫੇਰੇ ਤੋਂ ਕਰੁਣਾ ਹਮਦਰਦੀ ਉਹਨੂੰ ਮਿਲਣ ਲੱਗਦੀ ਹੈ। ਬੱਚੇ ਦੇ ਮਨ 'ਚ ਅਣਜਾਣੇ ਇੱਕ ਗੱਲ ਬੈਠ ਜਾਂਦੀ ਹੈ ਕਿ ਜਦੋਂ ਬਿਮਾਰ ਹੈ ਤਦ ਭਲਾ ਹੈ, ਤਦ ਚੰਗਾ ਹੈ। ਜਦੋਂ ਤੰਦਰੁਸਤ ਹੁੰਦਾ ਹੈ ਕੋਈ ਉਹਦੇ ਕੋਲ ਨਹੀਂ ਬੈਠਦਾ, ਕੋਈ ਉਹਦੇ ਸਿਰ ਤੇ ਹੱਥ ਵੀ ਨਹੀਂ ਰੱਖਦਾ, ਨਾ ਬਾਪ ਉਹਦੀ ਫਿਕਰ ਕਰਦਾ ਹੈ, ਨਾ ਮਾਂ ਉਹਦੀ ਚਿੰਤਾ ਕਰਦੀ ਹੈ। ਘੂਰ ਘੱਪ ਤੇ ਸਾਰੇ ਉਹਨੂੰ ਸੁਧਾਰਨ ਦੀ ਕੋਸ਼ਿਸ਼ 'ਚ ਲੱਗੇ ਹੈ। ਤਦ ਸਾਰਾ ਜਗਤ ਕਠੋਰ ਜਾਪਦਾ ਹੈ। ਸੋ ਬੱਚਾ ਮਹਿਸੂਸ ਕਰਦਾ ਹੈ ਕਿ ਤੰਦਰੁਸਤ ਹੋਣ ਵਿੱਚ ਕੁਝ ਨਾ ਕੁਝ ਖਰਾਬੀ ਹੈ, ਬਿਮਾਰ ਹੋਣ ਵਿੱਚ ਕੁਝ ਨਾ ਕੁਝ ਭਲਾਈ ਹੈ। ਬਿਮਾਰੀ ਵਿੱਚ ਸਾਰਾ ਜਗਤ ਆਪਣਾ ਹੋ ਜਾਂਦਾ ਹੈ, ਤੰਦਰੁਸਤੀ ਵਿੱਚ ਸਾਰਾ ਜਗਤ ਪਰਾਇਆ ਹੋ ਜਾਂਦਾ ਹੈ। ਬੱਚੇ ਦੇ ਮਨ 'ਚ ਬਿਮਾਰ ਰਹਿਣ ਦੀ ਰੁਚੀ ਪੈਦਾ ਹੋ ਗਈ। ਹੁਣ ਜਦ ਵੀ ਇਸ ਜ਼ਿੰਦਗੀ 'ਚ ਕਠਿਨਾਈ ਮਹਿਸੂਸ ਹੋਏਗੀ, ਜਦ ਵੀ ਇਹ ਪਾਏਗਾ ਕਿ ਦੁਨੀਆ ਕਠੋਰ ਹੈ, ਤਦ ਅਣਜਾਣੀ ਇਹ ਬਿਮਾਰੀ ਦੀ ਵਾਸਨਾ ਕਰੇਗਾ। ਤੇ ਜਦ ਵੀ ਪਾਏਗਾ ਕਿ ਦੁਨੀਆ 'ਚ ਹਾਰ ਰਿਹਾ ਹੈ, ਕੋਈ ਸੰਗੀ ਸਾਥੀ ਨਹੀਂ, ਇਕੱਲਾ ਹੈ, ਤਦ ਇਹ ਬਿਮਾਰ ਹੋਣਾ ਚਾਹੇਗਾ। ਜੋ ਤੁਸੀਂ ਚਾਹੋਗੇ ਉਹ ਹੋ ਜਾਏਗਾ। ਮਨੋਰੋਗ ਮਾਹਿਰ ਕਹਿੰਦੇ ਆ ਕਿ 100 ਚੋਂ 90 ਬਿਮਾਰੀਆਂ ਤੁਹਾਡੇ ਬੁਲਾਵੇ ਤੇ ਆਉਂਦੀਆਂ ਤੇ ਇਹਨਾਂ 90 ਦੇ ਕਾਰਨ ਬਾਕੀ 10 ਨੂੰ ਆਉਣ ਦੇ ਰਾਹ ਬਣਦਾ ਹੈ। ਮੂਲ ਤੌਰ ਤੇ ਜਿਹਨੂੰ ਤੁਸੀਂ ਬੁਲਾਉਂਦੇ ਉਹੀ ਆਉਂਦਾ ਹੈ। ਤੁਹਾਡੇ ਘਰ 'ਚ ਕੋਈ ਵੀ ਮਹਿਮਾਨ ਅਣਸੱਦਿਆ ਨਹੀਂ ਹੈ, ਪਰ ਇਹ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਨਿਉਂਦਾ ਕਦੋਂ ਭੇਜਿਆ, ਕਿਸ ਨੀਂਦ 'ਚ ਨਿਉਂਦਾ ਭੇਜ ਦਿੱਤਾ, ਇਹ ਤੁਹਾਨੂੰ ਪਤਾ ਨਾ ਹੋਵੇ। ਜਾਂ ਹੋ ਸਕਦਾ ਹੈ ਨਿਉਂਦਾ ਭੇਜਿਆਂ ਵਰੇ ਬੀਤ ਗਏ ਹੋਣ ਤੇ ਮਹਿਮਾਨ ਹੁਣ ਆਇਆ ਹੋਵੇ।
ਤੇ ਵਿਚਕਾਰਲਾ ਤੁਹਾਨੂੰ ਕੋਈ ਸਿਲਸਿਲਾ ਪਤਾ ਨਾ ਹੋਵੇ। ਜਦ ਵੀ ਕੋਈ ਮੁਸੀਬਤ ਆਉਂਦੀ ਹੈ ਤੁਸੀਂ ਹਮਦਰਦੀ ਚਾਹੁੰਦੇ ਹੋ, ਦਇਆ ਚਾਹੁੰਦੇ ਹੋ, ਪ੍ਰੇਮ ਚਾਹੁੰਦੇ ਹੋ, ਤੁਸੀਂ ਬਿਮਾਰ ਹੋ ਜਾਂਦੇ ਹੋ। ਜੇ ਕੋਈ ਬੰਦਾ ਇਸ ਲਈ ਬਿਮਾਰ ਪਿਆ ਹੈ ਕਿ ਉਹ ਹਮਦਰਦੀ ਚਾਹੁੰਦਾ ਹੈ, ਉਹ ਰਾਜ਼ੀ ਨਹੀਂ ਹੋਣਾ ਚਾਹੇਗਾ। ਹੁਣ ਜੋ ਡਾਕਟਰਾਂ ਕੋਲ ਜਾਏਗਾ ਪਰ ਅੰਦਰ ਗਹਿਰੇ ਅਚੇਤਨ ਵਿੱਚ ਚਾਹੇਗਾ ਕਿ ਮੈਂ ਬਿਮਾਰ ਬਣਿਆ ਰਵਾਂ। ਇਹ ਉਹਦੀ ਬਿਮਾਰੀ ਵਿੱਚ ਇਨਵੈਸਟਮੈਂਟ ਹੈ। ਕਦੇ ਖਿਆਲ ਨਹੀਂ ਕੀਤਾ? ਬੰਦਾ ਦੁਖੀ ਵੀ ਨਹੀਂ ਹੋਣਾ ਚਾਹੁੰਦਾ। ਜੇ ਉਸ ਤੋਂ ਕੋਈ ਫਾਇਦਾ ਨਾ ਹੁੰਦਾ ਹੋਵੇ, ਇੱਕ ਬੱਚਾ ਡਿੱਗ ਪਵੇ, ਉਹਦੀ ਮਾਂ ਕੋਲ ਨਾ ਹੋਵੇ, ਉਹ ਚਾਰ ਚੁਫੇਰੇ ਦੇਖਦਾ ਹੈ। ਜੇ ਮਾਂ ਕੋਲ ਨਹੀਂ ਤਾਂ ਰੋਂਦਾ ਨਹੀਂ। ਇਹ ਬੜੀ ਹੈਰਾਨੀ ਦੀ ਗੱਲ ਹੈ, ਕਿਉਂਕਿ ਰੋਣਾ ਬੇਕਾਰ ਹੈ। ਉਸ 'ਚ ਕੋਈ ਫਾਇਦਾ ਨਹੀਂ, ਉਸ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੁੰਦੀ, ਉਸ ਨਾਲ ਅੱਗੋਂ ਕੋਈ ਲਾਭ ਮਿਲਣ ਵਾਲਾ ਨਹੀਂ ਦਿਸਦਾ, ਕਿਉਂਕਿ ਜਿਸ ਕੋਲੋਂ ਲਾਭ ਮਿਲ ਸਕਦਾ ਸੀ ਉਹ ਕੋਲ ਮੌਜੂਦ ਨਹੀਂ। ਤਾਂ ਬੱਚਾ ਚਾਰ ਚੁਫੇਰੇ ਦੇਖ ਲੈਂਦਾ ਹੈ। ਡਿੱਗਣ ਨਾਲ ਨਹੀਂ ਰੋਂਦਾ, ਦੇਖ ਕੇ ਰੋਂਦਾ ਹੈ ਚਾਰ ਚੁਫੇਰੇ ਕਿ ਮਾਂ ਮੌਜੂਦ ਹੈ ਜਾਂ ਨਹੀਂ। ਤੇ ਜੇ ਮਾਂ ਮੌਜੂਦ ਹੈ ਤੇ ਧਾਂ ਮਾਰ ਕੇ ਰੋਣ ਲੱਗ ਪੈਂਦਾ। ਜੇ ਮਾਂ ਮੌਜੂਦ ਨਹੀਂ ਤਾਂ ਗੱਲ ਨੂੰ ਆਈ ਗਈ ਕਰ ਦਿੰਦਾ। ਕੀ ਮਾਮਲਾ ਹੈ? ਅਜੇ ਦੁਖੀ ਹੋਣਾ ਵੀ ਫਜ਼ੂਲ ਹੈ। ਅਜੇ ਦੁਖੀ ਹੋਣ ਵਿੱਚ ਕੋਈ ਸਾਰ ਨਹੀਂ ਹੈ। ਅਜੇ ਠੀਕ ਮੌਕਾ ਨਹੀਂ ਹੈ। ਦੁਖੀ ਹੋਣ ਦਾ ਕੋਈ ਫਾਇਦਾ ਨਹੀਂ। ਸੱਟ ਲੱਗਣ ਨਾਲ ਦੁੱਖ ਨਹੀਂ ਆ ਰਿਹਾ। ਦੁੱਖ ਮਨ ਦੀ ਇੱਕ ਬਿਰਤੀ ਹੈ, ਉਸ ਤੋਂ ਵੀ ਅਸੀਂ ਲਾਭ ਹੀ ਲੈਣਾ ਚਾਹੁੰਦੇ ਹਾਂ। ਜੇ ਉਸ ਵੇਲੇ ਮਾਂ ਦਿਖਾਈ ਦੇ ਜਾਏ ਤਾਂ ਰੋਣਾ ਸ਼ੁਰੂ ਕਰ ਦੇਗਾ, ਕਿਉਂਕਿ ਇਸ ਤੋਂ ਕੁਝ ਫਾਇਦਾ ਹੋ ਸਕਦਾ। ਕਈ ਵਾਰ ਇਸਤਰੀਆਂ ਘਰ 'ਚ ਬੜੇ ਮਜ਼ੇ ਨਾਲ ਬੈਠੀਆਂ ਰਹਿੰਦੀਆਂ ਹਨ, ਖੁਸ਼ ਰਹਿੰਦੀਆਂ ਹਨ, ਗੱਪਸ਼ਪ ਕਰਦੀਆਂ ਹਨ, ਪਰ ਪਤੀ ਆਇਆ, ਉਹਨਾਂ ਦੇ ਚਿਹਰੇ 'ਚ ਫਰਕ ਆ ਜਾਂਦਾ ਹੈ। ਉਹਨਾਂ ਦੇ ਸਿਰ ਪੀੜ ਹੋਣ ਲੱਗਦੀ ਹੈ, ਲੱਕ ਪੀੜ ਕਰਨ ਲੱਗਦਾ ਹੈ, ਪੇਟ ਦੁਖਣ ਲੱਗਦਾ ਹੈ, ਕੋਈ ਨਾ ਕੋਈ ਉਪੱਦਰ ਸ਼ੁਰੂ ਹੋ ਜਾਂਦਾ ਹੈ। ਪਤੀ ਦੇ ਘਰ 'ਚ ਦਾਖਲ ਹੋਣ ਦੇ ਨਾਲ ਹੀ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਪਤਨੀਆਂ 'ਚ ਪ੍ਰਗਟ ਹੋ ਜਾਂਦੀਆਂ ਹਨ। ਅਜਿਹਾ ਨਹੀਂ ਹੈ ਕਿ ਉਹ ਜਾਣਬੁੱਝ ਕੇ ਜਾਂ ਝੂਠ-ਮੂਠ ਹੀ ਉਹਨਾਂ ਨੂੰ ਪੈਦਾ ਕਰ ਲੈਂਦੀਆਂ, ਇਹ ਪੈਦਾ ਹੁੰਦੀਆਂ ਹਨ। ਇਨਵੈਸਟਮੈਂਟ ਹੈ ਪਤੀ ਨੂੰ ਦੇਖਣ ਸਾਰੀ। ਤੇ ਕੋਈ ਪਤੀ ਜਦ ਤੱਕ ਪਤਨੀ ਬਿਮਾਰ ਨਾ ਹੋਏ ਪ੍ਰੇਮ ਦਿੰਦਾ ਹੀ ਨਹੀਂ। ਪਤਨੀ ਬਿਮਾਰ ਹੋਏ ਤਾਂ ਪ੍ਰੇਮ ਦੇਣਾ ਮਜਬੂਰੀ ਹੋ ਜਾਂਦੀ ਹੈ, ਦੇਣਾ ਹੀ ਪੈਂਦਾ। ਨਾ ਦੇਵੇ ਤਾਂ ਅਪਰਾਧੀ ਮਾਲੂਮ ਹੁੰਦਾ ਹੈ। ਤਾਂ ਉਹ ਪਤਨੀ ਬਿਮਾਰ ਹੋ ਕੇ ਤੁਹਾਡੇ 'ਚ ਅਪਰਾਧ ਦਾ ਭਾਵ ਪੈਦਾ ਕਰ ਰਹੀ ਹੈ ਤੇ ਤੁਸੀਂ ਗਿਲਟ ਮਹਿਸੂਸ ਕਰੋ ਕਿ ਮੈਂ ਇੰਨੀ ਬਿਮਾਰ ਪਈ ਹਾਂ ਤੇ ਤੂੰ ਕਲੱਬ ਵੱਲ ਜਾ ਰਿਹਾ, ਮੈਂ ਇੰਨੀ ਬਿਮਾਰ ਪਈ ਹਾਂ ਤੇ ਤੂੰ ਧਿਆਨ ਕਰ ਰਿਹਾ। ਉਹ ਇਹ ਕਹਿ ਰਹੀ ਹੈ ਕਿ ਉਹਦੀ ਗਹਿਰੇ ਅਚੇਤਨ ਦੀ ਮੰਗ ਹੈ ਕਿ ਮੈਨੂੰ ਪ੍ਰੇਮ ਦੇ। ਤੇ ਜੇਕਰ ਪ੍ਰੇਮ ਨਹੀਂ ਮਿਲਦਾ ਤਾਂ ਦੁੱਖ ਦੇ ਜ਼ਰੀਏ ਪ੍ਰੇਮ ਨੂੰ ਮੰਗ ਰਹੀ ਹੈ। ਹੁਣ ਇਸ ਪਤਨੀ ਨੂੰ ਤੰਦਰੁਸਤ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਹੁਣ ਇਹ ਮਾਮਲਾ ਤਾਂ ਬਹੁਤ ਗਹਿਰੇ ਅਚੇਤਨ ਦੁੱਖ ਦੀ ਪਕੜ ਦਾ ਹੈ। ਦੁੱਖ 'ਚ ਲਾਭ ਹੈ। ਤੁਸੀਂ ਦੁਖੀ ਹੋ ਕਿਉਂਕਿ ਤੁਸੀਂ ਦੁੱਖ 'ਚ ਲਾਭ ਦੇਖ ਰਹੇ ਹੋ। ਜਦ ਤੱਕ ਤੁਸੀਂ ਦੁੱਖ ਵਿੱਚ ਲਾਭ ਦੇਖਦੇ ਰਹੋਗੇ ਤਦ ਤੱਕ ਤੁਸੀਂ ਦੁਖੀ ਰਹੋਗੇ। ਦੁੱਖ 'ਚ ਕੋਈ ਵੀ ਲਾਭ ਨਹੀਂ ਹੈ, ਕਿਉਂਕਿ ਦੁੱਖ ਆਤਮਘਾਤ ਹੈ। ਦੁੱਖ ਦੀ ਕੋਈ ਵੀ ਬਿਰਤੀ ਪੈਦਾ ਹੋਵੇ, ਕਿੰਨਾ ਹੀ ਲਾਲਚ ਦੇਵੇ, ਕਿੰਨਾ ਹੀ ਲਾਭ ਦਾ ਭਰੋਸਾ ਦੇਵੇ, ਉਹਨੂੰ ਪੁੱਟ ਕੇ ਸੁੱਟ ਦੇਣਾ। ਉਹ ਸਭ ਭਰੋਸੇ ਝੂਠੇ ਹਨ, ਧੋਖੇ ਭਰੇ ਹਨ। ਤੇ ਜੇਕਰ ਕੋਈ ਵਿਅਕਤੀ ਆਪਣੇ ਅੰਦਰ ਤੋਂ ਦੁੱਖ ਦੀ ਵਾਸਨਾ ਨੂੰ ਇਉਂ ਹੀ ਪੁੱਟਦਾ ਸੁੱਟਦਾ ਰਹੇ ਤਾਂ ਬਹੁਤ ਛੇਤੀ ਪਾਏਗਾ ਕਿ ਜਿੱਥੇ ਜਿੱਥੇ ਦੁੱਖ ਪੈਦਾ ਹੁੰਦਾ ਸੀ ਉੱਥੇ ਉੱਥੇ ਸੁੱਖ ਦੇ ਝਰਨੇ ਪ੍ਰਗਟ ਹੋਣੇ ਸ਼ੁਰੂ ਹੋ ਗਏ। ਸੁੱਖ ਬਹੁਤ ਨੇੜੇ ਹੈ, ਤੁਹਾਡੇ ਅੰਦਰ ਭਰਿਆ ਹੈ। ਪਰ ਦੁੱਖ ਦੀ ਆਦਤ ਜਦ ਤੱਕ ਹਟ ਨਾ ਜਾਏ, ਦੁੱਖ ਵਿੱਚ ਸੁੱਖ ਦੇਖਣ ਦੀ ਬਿਰਤੀ ਨਾ ਖੋ ਜਾਏ, ਤਦ ਤੱਕ ਉਹ ਸੁੱਖ ਦੇ ਸੋਮੇ ਹਾਸਲ ਨਹੀਂ ਹੋ ਸਕਦੇ। ਧੰਨਵਾਦ।